बिस्मिल्लाहिर्रहमानिर्रहीम, अस्सलाम वालेकुम नाज़रीन, तुसीं देख रहे हो मेरा प्रोग्राम जाग मेरे पंजाब और मैं ਹਾਂ ਤੁਹਾਡੀ ਮੇਜ਼ਬਾਨ ਸ਼ਮਾਇਲਾ ਨਿਆਜ਼। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲੇ ਆਪਾਂ ਗੱਲ ਕਰਾਂਗੇ ਇੱਕ ਅੱਜ ਹੁਣੇ ਜਿਹੜੀ ਤਾਜ਼ਾ ਡਿਵੈਲਪਮੈਂਟ ਹੋਈ ਹੈ ਕਿ ਭਾਰਤੀ ਰਿਆਸਤ ਮੱਧ ਪ੍ਰਦੇਸ਼ ਦੇ ਵਜ਼ੀਰ ਤੇ ਭਾਰਤੀ ਜਨਤਾ ਪਾਰਟੀ ਦੇ ਰੁਕਨ ਵਿਜੇ ਸ਼ਾਹ ਨੇ ਜਿਹੜਾ ਨਾ ਉਹ ਭਾਰਤੀ ਫੌਜੀ ਇੱਕ ਕਰਨਲ ਸੋਫੀਆ ਕੁਰੈਸ਼ੀ ਦੇ ਹਵਾਲੇ ਨਾਲ ਮੁਤਨਾਜ਼ਾ ਬਿਆਨ ਦਿੱਤਾ ਹੈ, ਜਿੰਦੀ ਵਜ੍ਹਾ ਤੋਂ ਉਹ ਪਾਕਿਸਤਾਨ ਔਰ ਭਾਰਤ ਸਮੇਤ ਬਲਕਿ ਪੂਰੀ ਦੁਨੀਆ ਦੇ ਮੁਸਲਮਾਨਾਂ ਦੇ ਰਡਾਰ ਦੇ ਉੱਤੇ ਆਇਆ ਹੋਇਆ। खैर वजीर दे बारे च तां बाद च गल करांगे, सब तो पहले आपां ब्यूटीफुल करनल सोफिया कुरैशी वास्ते गल करदे हां, बल्कि मैं पैगाम देना चाहांगी उन्हां नूं कि सोफिया जी शक्ल तो तुसीं काफ़ी सोहणे भी लगदे हो ते ज़हीन भी लगदे हो और सच आखां ते वर्दी पाई होई तुहाडे ते बहुत फबदी भी है, चंगी लगदी है और नाल ही नाल मैनूं पता लग गया कि तुहाडा दादा जी भी जिहड़े ने ओह फौज विच हुंदे सी ते इहदा मतलब कुल मिला के इह है कि फौज दे विच जिहड़े फैसले हुंदे ने ਉਹਨਾਂ ਦੇ ਬਾਰੇ 'ਚ ਤੁਹਾਨੂੰ ਬੜਾ ਚੰਗਾ ਔਰ ਗਹਿਰਾਈ ਨਾਲ ਪਤਾ ਹੈ ਔਰ ਤੁਸੀਂ ਬੜੇ ਇਸ ਮਾਮਲੇ 'ਚ ਤਜਰਬਾਕਾਰ ਵੀ ਹੋਵੋਗੇ। ਤਾਂ ਗੱਲ ਇਹ ਹੈ ਕਿ ਜਿਸ ਤਰ੍ਹਾਂ ਭਾਰਤੀ ਫੌਜ ਨੇ ਤੁਹਾਡੀ ਨੁਸਵਾਨੀਅਤ ਤੇ ਮੁਸਲਮਾਨ ਹੋਣ ਨੂੰ ਫੌਜੀ ਕਾਰਵਾਈਆਂ ਵਾਸਤੇ ਇਸਤੇਮਾਲ ਕੀਤਾ, ਉਹ ਕਿਸੇ ਕੋਲੋਂ ਵੀ ਟਕਿਆ ਛੁਪਿਆ ਨਹੀਂ ਹੈਗਾ। ਖੈਰ ਦਿਲ ਦੀ ਜੇ ਮੈਂ ਗੱਲ ਆਖਾਂ ਨਾ ਤੇ ਉਹ ਇੱਕ ਹੀ ਗੱਲ ਹੈ ਕਿ ਜਿਹੜੇ ਇਹ ਬੰਦੇ ਹੁੰਦੇ ਨੇ ਨਾ, ਇਹ ਬੜੇ ਬੇਵਫਾ ਹੁੰਦੇ ਨੇ, ਆਪਣਾ ਕੰਮ ਕਰਵਾ ਕੇ ਨਜ਼ਰਾਂ ਹਟਾ ਲੈਂਦੇ ਨੇ। ਔਰ ਨਜ਼ਰਾਂ ਹਟਾਉਣ ਤੋਂ ਖੈਰ ਮੈਨੂੰ ਇੱਕ ਗਾਣਾ ਯਾਦ ਆਇਆ, ਉਹ ਮਲਕਾ ਤਰਨਮ ਨੂਰ ਜਹਾਂ ਦਾ ਗਾਣਾ ਨਹੀਂ ਹੈਗਾ ਇੱਕ, ਮਰਦਾਂ ਦੇ ਵਾਅਦੇ ਝੂਠੇ ਝੂਠਾ ਹੁੰਦਾ ਪਿਆਰ ਵੀ। ਜੇ ਤੈਨੂੰ ਇਸ ਗਾਣੇ ਦੀ ਸਮਝ ਨਾ ਆਈ ਹੋਵੇ ਤੇ ਮੈਨੂੰ WhatsApp ਕਰ ਦੇਵੀਂ, ਮੈਂ ਤੈਨੂੰ ਸਾਰਾ ਮਤਲਬ ਜਿਹੜਾ ਨਾ ਉਹ ਸਮਝਾ ਦੇਵਾਂਗੀ। ਖੈਰ ਮਜ਼ਾਕ ਤੋਂ ਹਟ ਕੇ ਜ਼ਹੀਨ ਵੀ ਹੈ ਔਰ ਵਰਦੀ ਪਾਈ ਵੀ ਅੱਛੀ ਲੱਗਦੀ ਹੈ, ਇੱਕ ਫੌਜੀ ਬੈਕਗਰਾਊਂਡ ਵੀ ਹੈ, ਉਹਦੇ ਕਰਕੇ ਫਿਰ ਵੀ ਆਪਣੀ ਇਸਟੈਬਲਿਸ਼ਮੈਂਟ ਦੇ ਹੱਥੋਂ ਇਸਤੇਮਾਲ ਹੋ ਗਈ। ਤਰਸ ਆਉਂਦਾ ਹੈ ਮੈਨੂੰ ਵੈਸੇ, ਠੀਕ ਹੈ। ਔਰ ਇੱਕ ਹੋਰ ਚੀਜ਼ ਜਿਹੜੀ ਮੇਰੇ ਜ਼ੇਨ 'ਚ ਆਈ ਕਿ ਤੁਹਾਨੂੰ ਵੇਖ ਕੇ ਔਰ ਤੁਹਾਡੀਆਂ ਕੁਝ ਬਰੀਫਿੰਗਸ ਸੁਣ ਕੇ ਮੈਨੂੰ ਜਿਹੜਾ ਨਾ ਉਹ ਟੈਲੀਨੋਰ ਦੀ ਇੱਕ ਐਡ ਯਾਦ ਆ ਗਈ, ਜਿਹੜੀ ਵੇਖਣ 'ਚ ਕੁੜੀ ਤਾਂ ਬਹੁਤ ਸੋਹਣੀ ਸੀ, ਜਦੋਂ ਬੋਲੀ ਤੇ ਪਤਾ ਲੱਗਿਆ ਤੇਰੀ ਮਿਹਰਬਾਨੀ, ਉਹ ਯਾਦ ਆ ਗਈ, ਠੀਕ ਹੈ। ਤੇ ਤੂੰ ਵੀ ਮੇਰੇ ਵਾਂਗੂ ਖੈਰ ਬੋਲਦੀ ਬਹੁਤ ਚੰਗਾ ਹੈ, ਲੇਕਿਨ ਮਿਹਰਬਾਨੀ ਕਰਕੇ ਹਜ਼ਾਰ ਨੂੰ ਹਜ਼ਾਰ ਨਾ ਆਖਿਆ ਕਰ, ਜ਼ਿਆਦਾ ਹੀ ਪੇਂਡੂ ਲੱਗਦਾ ਹੈ ਵੈਸੇ, ਇਹ ਸਾਰਾ ਮੂਡ ਖਰਾਬ ਕਰ ਦਿੰਦਾ ਹੈ। ਤੇ ਮੈਨੂੰ ਤੇਰੇ ਤੇ ਸਭ ਤੋਂ ਜ਼ਿਆਦਾ ਗੁੱਸਾ ਉਦੋਂ ਆਇਆ ਜਦੋਂ ਮੈਨੂੰ ਪਤਾ ਇਹ ਚੱਲਿਆ ਕਿ ਤੂੰ ਗੁਜਰਾਤ ਦੀ ਹੈ। ਗੁਜਰਾਤ ਦਾ ਮੁਸਲਮਾਨ ਕਿਉਂ ਗੁਜਰਾਤ ਦੇ ਕਸਾਈ ਦੀ ਗੱਲਾਂ ਵਿੱਚ ਆ ਸਕਦਾ ਹੈ? ਖੈਰ ਇਹ ਮੇਰਾ ਪੈਗਾਮ ਸੀ ਸੋਫੀਆ ਦੇ ਨਾਮ, ਤਾਂ ਕਿ ਲੋਕੀ ਇਸ ਤਰ੍ਹਾਂ ਦੀ ਗਲਤੀ ਜਾਂ ਇਸ ਤਰ੍ਹਾਂ ਦਾ ਗਲਤ ਫੈਸਲਾ ਨਾ ਕਰੇ। ਵੈਸੇ ਉਮੀਦ ਵੀ ਹੈ ਕਿ ਅਕਲ ਤੈਨੂੰ ਆ ਗਈ ਹੋਏਗੀ ਔਰ ਚੰਗੀ ਤਰ੍ਹਾਂ ਆ ਗਈ ਹੋਗੀ। ਅੱਗੇ ਵਧਦੇ ਹੋਏ ਖੈਰ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ ਆਪਾਂ ਕੁਝ ਮੋਦੀ ਸਰਕਾਰ ਤੇ ਸਪੂਤ ਦੀ। ਔਰ ਨਾਜ਼ਰੀਨ, ਮੁਸਲਮਾਨਾਂ ਦੇ ਨਾਲ ਨਫ਼ਰਤ ਬੀਜੇਪੀ ਦੀ ਸਿਆਸੀ ਗੁੱਟੀ ਦਾ ਹਿੱਸਾ ਹੈ। ਮੋਦੀ ਹੋਵੇ ਜਾਂ ਭਾਵੇਂ ਵਿਜੇ ਸ਼ਾਹ ਜਾਂ ਬੀਜੇਪੀ ਰਹਿਨੁਮਾ, ਸਾਰੇ ਜ਼ਹਿਰ ਉਗਲਦੇ ਨੇ, ਠੀਕ ਹੈ। ਉਸੇ ਜ਼ਹਿਰ ਦੇ ਹਵਾਲੇ 'ਚ ਆਪਾਂ ਗੱਲ ਕਰਾਂਗੇ ਕਿ ਭਾਰਤ ਜਿਹੜਾ ਨਾ ਆਪਣੇ ਆਪ ਨੂੰ ਹੈਸ਼ਟੈਗ ਜਿੰਨਾ ਸੈਕੂਲਰ ਕਹਿੰਦਾ ਉਹਨਾਂ ਹੈ ਜਾਂ ਨਹੀਂ, ਕਿੰਨੀ ਜਮਹੂਰੀਅਤ ਹੈ ਕਿੰਨੀ ਨਹੀਂ। ਪ੍ਰੋਗਰਾਮ ਦੇ ਵਿੱਚ ਜਿਹੜੇ ਮੇਰੇ ਮਹਿਮਾਨ ਨੇ ਉਹਨਾਂ ਦਾ ਤਾਰੁਫ ਕਰਾਂ ਪਹਿਲੇ ਮੈਂ ਕਰਵਾ ਦੇਣਾ। ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਜਸਟਿਸ ਰਿਟਾਇਰਡ ਨਾਸਰਾ ਜਾਵੇਦ ਇਕਬਾਲ ਸਾਹਿਬਾ। अस्सलाम वालेकुम। वालेकुम अस्सलाम। ਕੀ ਹਾਲ ਹੈ, ਠੀਕ ਠਾਕ ਹੋ? अल्लाह दा शुक्र है। ਤੁਸੀਂ ਪੰਜਾਬੀ ਸੁਣ ਕੇ ਹੈਰਾਨ ਹੋਏ ਪਏ ਨਾ ਵੈਸੇ? नहीं क्यों, मेरी अपनी मादरी ज़बान पंजाबी में लाहौर जंप सही। और दूसरा ये कि साडे नाल दूसरे मेहमान होंगे फरजाना बारी साहिबा जो कि समाजी रहनुमा ने और सैनेटर कृष्णा कोहली जो कि रहनुमा पीपल्स पार्टी ने। अच्छा, सब तो पहले ਤਾਂ ਨਾਸਰਾ ਸਾਹਿਬਾ ਤੁਸੀਂ ਮੇਰੇ ਇੰਟਰੋ 'ਚ ਸੁਣ ਲਿਆ ਹੋਏਗਾ ਵੈਸੇ ਕਿ ਇੱਕ ਵਿਜੇ ਸ਼ਾਹ ਹੈ ਜਿਨ੍ਹਾਂ ਨੇ ਜਿਹੜਾ ਨਾ ਉਹ ਇਹ ਗੱਲ ਕੀਤੀ ਸੋਫੀਆ ਜਿਹੜੀ ਹੈਗੀ ਹੈ ਕਰਨਲ ਇੰਡੀਆ ਦੀ, ਉਹਦੇ ਬਾਰੇ 'ਚ ਕਿ ਅਸੀਂ ਮੁਸਲਮਾਨ ਔਰਤ ਨੂੰ ਮੁਸਲਮਾਨਾਂ ਦੇ ਖਿਲਾਫ ਇਸਤੇਮਾਲ ਕੀਤਾ, ਬਾਅਦ 'ਚ ਖੈਰ ਮਾਫੀ ਵੀ ਮੰਗ ਲਈ। ਤੁਸੀਂ ਕੀ ਸਮਝਦੇ ਹੋ? मैं समझनी हाँ बिल्कुल पागलों वाली गल ये करनी है। देखो ना, पाकिस्तान दे कोलों ज़्यादा मुसलमान रहिंदे ने हिंदुस्तान विच, ते अगर वो उन्हां दे नाल अच्छी तरह पेश नहीं आउणगे तो सारे उन्हां दे दुश्मन बन जाणगे। बिल्कुल फायदा तो नहीं। तो ये चीज़ शो कर दी है कि वो सेकुलर ने? नहीं, बिल्कुल नहीं। सैकुलर तो है ही नहीं। अगर सैकुलर होंदे तो असीं उन्हां कोलों लैदा क्यों होंदे? सानूं तो अपना मुल्क चाहिदा ही इस वास्ते सी कि उन्हां नाल सारा गुजारा नहीं सी। गुजारा नहीं है, बिल्कुल। अच्छा, मैं फरजाना भाई साहब, मेरी आवाज आ रही ਤੁਹਾਨੂੰ ਕਲੀਅਰ? ਹਾਂਜੀ, ਥੋੜੀ ਆ ਹੀ ਰਹੀ ਹੈ। ਚਲੋ ਆਪਾਂ ਇਹਦੇ ਨਾਲ ਹੀ ਥੋੜਾ ਗੁਜ਼ਾਰਾ ਕਰ ਲਾਂਗੇ ਆਪਾਂ ਵੈਸੇ ਹੀ। ਅੱਛਾ, ਇੱਕ ਜਿਹੜਾ ਨਾ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ ਚੀਜ਼ ਬੜੀ ਗਰਦਿਸ਼ ਕਰ ਰਹੀ ਹੈ ਵੈਸੇ ਕਿ ਜਿਹੜੀ ਕਰਨਲ ਸੋਫੀਆ ਕੁਰੈਸ਼ੀ ਹੈ ਉਹ ਕਿਤੇ ਨਾ ਕਿਤੇ ਇਸਤੇਮਾਲ ਹੋ ਗਈ ਹੈ ਵੈਸੇ, ਠੀਕ ਹੈ। ਤੁਸੀਂ ਸਮਝਦੇ ਹੋ ਕਿ ਉਹ ਇੱਕ ਖਾਤੂਨ ਕਰਕੇ ਔਰ ਦੂਜਾ ਮੁਸਲਮਾਨ ਹੋਣ ਦੀ ਵਜ੍ਹਾ ਤੋਂ ਉਹਨੂੰ ਜਿਹੜੀ ਚੀਜ਼ਾਂ ਫੇਸ ਕਰਨੀਆਂ ਪੈ ਰਹੀਆਂ ਨੇ, ਜਿਹੜੀਆਂ ਕ੍ਰਿਟਿਸਿਜ਼ਮ ਫੇਸ ਕਰਨਾ ਪੈ ਰਿਹਾ, ਉਹ ਦਰੁਸਤ ਪੈ ਰਿਹਾ ਫੇਸ ਕਰਨਾ ਉਹਨਾਂ ਨੂੰ? ਦੇਖੋ, ਗੱਲ ਇਹ ਹੈਗੀ ਕਿ ਜਿਹੜਾ ਮਿਲਟਰੀ ਦੇ ਇੰਸਟੀਟਿਊਸ਼ਨ ਹੈਗਾ ਕਿ
ਜਿਹੜੀਆਂ ਨੇ ਉਹ ਜੁਆਇਨ ਕਰਨਗੀਆਂ ਤੇ ਫਿਰ ਉਹ ਉਸ ਇੰਸਟੀਟਿਊਸ਼ਨ ਕਲਚਰ ਦਾ ਉਹ ਹਿੱਸਾ ਬਣ ਜਾਂਦੀਆਂ ਨੇ। ਤੇ ਮੇਰਾ ਖਿਆਲ ਇਸ ਖਾਤਰ ਨਾਲ ਵੀ ਇਹੀ ਹੋਇਆ ਕਿ ਉਹ ਇੰਡੀਆ ਨੇ ਤੇ ਸਾਰੇ ਔਰਤਾਂ ਦੀ ਉਹ ਜਿਹੜੀ ਹੁੰਦੀ ਹੈ ਨਾ ਕਿ ਇੱਕ ਮੈਸਕੁਲਿਨਿਟੀ ਕਿ ਜੀ ਅਸੀਂ ਔਰਤਾਂ ਨੂੰ ਸਾਡੀਆਂ ਔਰਤਾਂ ਦੇ ਸਬੂਤ ਤੁਸੀਂ ਦੇਖੋ ਕਿ ਉਹਨਾਂ ਨੇ ਜਿਹੜਾ ਟਾਈਟਲ ਦਿੱਤਾ ਹੈ ਉਹ ਹੀ ਉਸ ਜ਼ਮੀਨ ਦੀ ਨਿਸ਼ਾਨਦੇਹੀ ਕਰਦਾ ਹੈ ਕਿ ਔਰਤਾਂ ਦੀ ਜਿਹੜੀ ਮਤਲਬ ਉਹਨਾਂ ਦੀ ਸੈਕਸ਼ੁਅਲਿਟੀ ਉਹਨਾਂ ਦਾ ਪ੍ਰੋਟੈਕਟਰ ਬਣ ਕੇ ਉਹਨਾਂ ਨੇ ਉਸ ਆਪਰੇਸ਼ਨ ਨੂੰ ਸਬੂਤ ਦਾ ਨਾਮ ਦਿੱਤਾ ਹੈ ਕਿ ਜੀ ਅਸੀਂ ਔਰਤਾਂ ਨੂੰ ਪ੍ਰੋਟੈਕਟ ਕਰ ਮਤਲਬ ਉਹਨਾਂ ਨੂੰ ਪ੍ਰੋਟੈਕਟ ਕਰਾਂਗੇ ਔਰ ਜਿਹੜਾ ਔਰਤਾਂ ਦਾ ਮੈਂ ਸੌਰੀ ਟੂ ਇੰਟਰਪਟ ਫਰਜ਼ਾਨਾ ਬਾਰੀ ਸਾਹਿਬਾ, ਤੁਹਾਡੀ ਥੋੜੀ ਨਾ ਆਵਾਜ਼ ਦਾ ਥੋੜਾ ਇਸ਼ੂ ਆ ਰਿਹਾ, ਜਿਹੜਾ ਆਵਾਜ਼ ਬਹਾਲ ਕਰਕੇ ਨਾ ਫਿਰ ਆਪਾਂ ਦੁਬਾਰਾ ਇੱਥੇ ਸ਼ੁਰੂ ਕਰਦੇ ਹਾਂ। ਮੈਂ ਚਾਹਾਂਗੀ ਕਿ ਕ੍ਰਿਸ਼ਨਾ ਕੋਹਲੀ ਸਾਹਿਬਾ, ਤੁਹਾਨੂੰ ਮੇਰੀ ਆਵਾਜ਼ ਆ ਰਹੀ? ਅੱਛਾ, ਥੋੜਾ ਟੈਕਨੀਕਲ ਇਸ਼ੂ ਹੈ ਵੈਸੇ। ਨਾਸਰ ਸਾਹਿਬਾ, ਕੀ ਸਮਝਦੇ ਹੋ ਵੈਸੇ ਤੁਸੀਂ ਕਿ ਜਿਹੜੀ ਇਸ ਟਾਈਮ ਮੋਦੀ ਸਰਕਾਰ ਹੈ ਵੈਸੇ ਉਹ ਕਿੰਨੀ ਕੁ ਸੈਕੂਲਰ ਹੈ ਔਰ ਕਿੰਨੀ ਕੁ ਜਮਹੂਰੀ ਹੈ, ਔਰ ਮੁਸਲਮਾਨਾਂ ਦੇ ਬਾਰੇ 'ਚ ਜਿਹੜਾ ਉਹ ਰਵੱਈਆ ਉਹਦਾ ਪਹਿਲੇ ਇਸ ਤਰ੍ਹਾਂ ਦਾ ਨਹੀਂ ਸੀ ਜਿਸ ਤਰ੍ਹਾਂ ਦੇ ਮੋਦੀ ਤੋਂ ਆਉਣ ਤੋਂ ਬਾਅਦ ਹੋ ਗਿਆ ਹੈ ਭਾਰਤ ਦਾ? ਬਿਲਕੁਲ ਹੀ ਮੇਰਾ ਖਿਆਲ ਹੈ ਜ਼ਹਿਰੀਲਾ ਆਦਮੀ ਹੈ ਤੇ ਉਹਦੀ ਗੱਲ ਤੇ ਇਤਬਾਰ ਹੀ ਨਹੀਂ ਕੀਤਾ ਜਾ ਸਕਦਾ। ਜੋ ਵੀ ਉਹ ਗੱਲ ਕਰਦਾ ਹੈ ਨਾ ਆਪਣੀ ਮਰਜ਼ੀ ਦੀ ਕਰਦਾ, ਇਹ ਝੂਠੀ ਮੂਠੀ ਬਣਾ ਕੇ ਗੱਲ ਕਰਦਾ। ਮੈਨੂੰ ਤਾਂ ਇਸ ਤਰ੍ਹਾਂ ਹੀ ਲੱਗਦਾ। ਨਹੀਂ, ਜਿਹੜੀ ਹੁਣੇ ਜਿਹੜੀ ਜੰਗੀ ਸੂਰਤ-ਏ-ਹਾਲ ਸੀ ਉਹਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਮੈਨੂੰ ਉਹ ਲੱਗਦਾ ਹੈ ਕਿ ਇੰਡੀਆ ਪਾਕਿਸਤਾਨ ਸੀ ਜਾਂ ਮੁਸਲਮਾਨਾਂ ਨੂੰ ਟਾਰਗੇਟ ਕਰਨਾ ਚਾਹ ਰਹੇ ਸੀ? ਨਹੀਂ, ਮੁਸਲਮਾਨ ਨੂੰ ਨਹੀਂ ਟਾਰਗੇਟ ਕਰ ਸਕਦੇ ਕਿਉਂਕਿ ਮੁਸਲਮਾਨ ਤੇ ਹਿੰਦੁਸਤਾਨ ਵਿੱਚ ਸਾਡੇ ਕੋਲੋਂ ਜ਼ਿਆਦਾ ਰਹਿੰਦੇ ਨੇ। ਉਹਨਾਂ ਨੂੰ ਟਾਰਗੇਟ ਕਰਨਗੇ ਆਪਣੇ ਵਾਸਤੇ ਵਕਤ ਪਾਣਗੇ, ਇਹ ਨਹੀਂ ਕਰਦੇ। ਤੇ ਇਸ ਟਾਈਮ ਵਕਤ ਨਹੀਂ ਚੱਲ ਰਿਹਾ, ਉੱਥੇ ਜ਼ੁਲਮ ਨਹੀਂ ਹੋ ਰਿਹਾ ਮੁਸਲਮਾਨਾਂ ਤੇ? ਹੋ ਵੀ ਰਿਹਾ ਹੈ ਲੇਕਿਨ ਮੇਰਾ ਖਿਆਲ ਹੈ ਉਸ ਤਰ੍ਹਾਂ ਨਹੀਂ ਹੋ ਰਿਹਾ ਜਿਸ ਤਰ੍ਹਾਂ ਹੋ ਸਕਦਾ ਹੈ ਅਗਰ ਕੋਸ਼ਿਸ਼ ਕਰਨ। ਲੇਕਿਨ ਅਗਰ ਦੇਖੋ ਨਾ ਤੁਸੀਂ ਜਿਹੜੀ ਕਰਨਲ ਸੋਫੀਆ ਹੈ, ਠੀਕ ਹੈ, ਉਹ ਉਹਨਾਂ ਦੀ ਐਸਟੈਬਲਿਸ਼ਮੈਂਟ ਨੂੰ ਰਿਪਰੈਜ਼ੈਂਟ ਕਰਦੀ ਹੈ, ਔਰ ਫਿਰ ਬੀਜੇਪੀ ਦਾ ਵਿਜੇ ਸ਼ਾਹ ਦਾ ਇਹ ਬਿਆਨ ਦੇਣਾ ਕਿ ਅਸੀਂ ਇਹ ਮੁਸਲਮਾਨਾਂ ਦੇ ਖਿਲਾਫ ਮੁਸਲਤ ਕੀਤੀ, ਉਹਨਾਂ ਦੀ ਭੈਣ ਹੈ, ਇਤਨਾ ਜ਼ਿਆਦਾ ਸਖਤ ਕਿਸਮ ਦਾ ਬਿਆਨੀਆ ਜਿਹੜਾ ਆਣਾ, ਉਹ ਇਹ ਚੀਜ਼ ਜ਼ਾਹਰ ਤਾਂ ਨਹੀਂ ਕਰਦਾ ਕਿ ਉਹ ਮੁਸਲਮਾਨਾਂ ਦੇ ਨਾਲ ਨੇ ਜਾਂ ਮੁਸਲਮਾਨਾਂ ਨੂੰ ਪਸੰਦ ਕਰਦੇ ਨੇ? ਨਹੀਂ, ਬਿਲਕੁਲ ਨਹੀਂ ਕਰਦੇ। ਉਹ ਤਾਂ ਕਹਿੰਦੇ ਨੇ ਮੁਸਲਮਾਨ ਇੱਥੋਂ ਦਫਾ ਹੋਣੇ ਆਏ ਕੀ ਕਰਨ ਨੇ। ਦੇਖੋ ਨਾ, ਮੁਗਲਾਂ ਨੇ ਰਾਜ ਕੀਤਾ ਕਈ ਸਦੀਆਂ ਤੇ ਉਹਨਾਂ ਨੂੰ ਤਾਂ ਗੱਲ ਭੈੜੀ ਲੱਗੀ ਹੈ ਹਮੇਸ਼ਾ, ਚਾਹੁੰਦੇ ਸਨ ਇਹ ਤਾਂ ਖਤਮ ਹੀ ਹੋ ਜਾਣ। ਨਾਸਰ ਸਾਹਿਬਾ, ਜਿਹੜੀ ਇੰਡੀਆ ਔਰ ਪਾਕਿਸਤਾਨ ਦੇ ਜਿਹੜੇ ਹੁਣੇ ਹਾਲੀਆ ਹਾਲਾਤ ਨੇ, ਤੁਹਾਨੂੰ ਕੀ ਲੱਗਦਾ ਹੈ ਕਿ ਭਾਰਤ ਜਿਹੜਾ ਹੈ ਪਾਕਿਸਤਾਨ ਦੇ ਅਮਨ ਦੇ ਪੈਗਾਮ ਨੂੰ ਐਕਸੈਪਟ ਕਰਦਾ ਹੈ? ਕਿਉਂਕਿ ਪਾਕਿਸਤਾਨੀ ਹਮੇਸ਼ਾ ਅਮਨ ਨੂੰ ਫਰੋਗ ਦਿੰਦੇ ਹੈ। ਉਹ ਸਮਝਦਾ ਪਾਕਿਸਤਾਨ ਕਮਜ਼ੋਰ ਹੈ, ਇਸ ਵਾਸਤੇ ਅਮਨ ਦੀ ਗੱਲਾਂ ਕਰ ਰਿਹਾ ਕਿਉਂਕਿ ਪਾਕਿਸਤਾਨ ਚੌਥਾ ਹਿੱਸਾ ਹੈਗਾ ਹਿੰਦੁਸਤਾਨ ਦਾ, ਇੰਨਾ ਛੋਟਾ। ਲੇਕਿਨ ਮੁਕਾਬਲੇ 'ਚ ਅਸੀਂ ਡਟ ਕੇ ਉਹਨਾਂ ਦਾ ਕਰਨੇ ਆ ਮੁਕਾਬਲਾ। ਕੋਈ ਨਹੀਂ ਕਹਿ ਸਕਦਾ ਕਿ ਪਾਕਿਸਤਾਨੀ ਕਮਜ਼ੋਰ ਨੇ ਜਾਂ ਕਿ ਭਾਰਤੀ ਜਿਹੜੇ ਨੇ ਉਹ ਤਾਕਤਵਰ ਨੇ। ਦੇਖੋ, ਮੁਸਲਮਾਨਾਂ ਨੇ ਰਾਜ ਕੀਤਾ ਉੱਥੇ ਕਿੰਨੇ ਸਾਲਾਂ ਤੇ ਹਿੰਦੂ ਕੁਛ ਨਹੀਂ ਕਰ ਸਕੇ, ਹਿਲਾ ਨਹੀਂ ਸਕੇ ਉਹਨਾਂ। ਲੇਕਿਨ ਉਹ ਤਾਂ ਮੰਨਦੇ ਨਹੀਂ ਹੈਗੇ ਇਸ ਚੀਜ਼ ਨੂੰ। ਨਾ ਮੰਨਣ, ਉਹਨਾਂ ਦੇ ਨਾ ਮੰਨਣ ਨਾਲ ਗੱਲ ਸੱਚੀ ਥੋੜੀ ਹੋ ਜਾਂਦੀ, ਝੂਠੀ ਗੱਲ ਹੀ ਰਹਿੰਦੀ ਹੈ ਕਿ ਮੋਦੀ ਤਾਂ ਬੋਲਦਾ ਹੀ ਝੂਠ। ਅੱਛਾ, ਇਸ ਤਰ੍ਹਾਂ ਕਿ ਤੁਸੀਂ ਖੁਦ ਹੀ ਕਿਹਾ ਨਾ ਕਿ ਉਹ ਮੁਸਲਮਾਨਾਂ ਨੂੰ ਪਸੰਦ ਨਹੀਂ ਕਰਦੇ ਹੈਗੇ, ਠੀਕ ਹੈ, ਲੇਕਿਨ ਭਾਰਤ ਦੇ ਵਿੱਚ ਜਿਹੜਾ ਅਕਲੀਅਤਾਂ ਦੇ ਨਾਲ ਜਿਹੜਾ ਸਲੂਕ ਹੁੰਦਾ ਹੈ, ਠੀਕ ਹੈ, ਬਹੁਤ ਬੁਰਾ। ਕਦੀ ਉਹ ਹਿਜਾਬ ਤੇ ਪਾਬੰਦੀ ਲਾ ਦਿੰਦੇ ਹੈ, ਕਦੀ ਕਿਹਨਾਂ ਦੇ ਨੇ ਮਸਾਜਿਦ ਦੇ ਉੱਤੇ ਹਮਲੇ ਕਰਦੇ ਹੈ, ਕਦੀ ਨਮਾਜ਼ੀ ਦੇ ਉੱਤੇ ਪਾਬੰਦੀ ਲਾ ਦਿੰਦੇ ਹੈ। ਕੀ ਦੇਖਦੇ ਹੋ ਵੈਸੇ ਇਹ ਕਿੰਨਾ ਕੁ ਅਰਸਾ ਇੰਡੀਆ ਦੇ ਵਿੱਚ ਮੁਸਲਮਾਨ ਦੇ ਨਾਲ ਇਹੋ ਜਿਹਾ ਸਲੂਕ ਕੀਤਾ ਜਾਏਗਾ? ਮੇਰਾ ਖਿਆਲ ਹੈ ਜਦੋਂ ਤੱਕ ਉਹ ਮੁਸਲਮਾਨਾਂ ਨੂੰ ਤਹਿਸ ਨਹਿਸ ਨਹੀਂ ਕਰ ਦਿੰਦੇ ਉਹ ਇਸੇ ਤਰ੍ਹਾਂ ਕਰਦੇ ਰਹਿਣਗੇ। ਉਹ ਕਹਿਣਗੇ ਇਸੇ ਤਰ੍ਹਾਂ ਮੁਸਲਮਾਨ ਇੱਥੋਂ ਮੁੱਕਣ। ਤੇ ਇਹ ਬਦਲਾਅ ਕਿਸ ਤਰ੍ਹਾਂ ਆ ਸਕਦਾ ਵੈਸੇ? ਫਿਰ ਨਹੀਂ ਹੋ ਸਕਦਾ, ਉਹਨਾਂ ਦੇ ਕਹਿਣ ਨਾਲ ਨਹੀਂ ਨਾ ਹੋ ਸਕਦਾ, ਕਰਨ ਨਾਲ ਹੀ ਹੁੰਦਾ ਤੇ ਨਹੀਂ ਹੋ ਸਕਦਾ। ਮੁਸਲਮਾਨ ਡਟ ਕੇ ਮੁਕਾਬਲਾ ਕਰਦੇ ਨੇ। ਮੋਦੀ ਦੀ ਸਟ੍ਰੈਟਜੀ ਕੀ ਹੈ ਵੈਸੇ? ਮੋਦੀ ਪੂਰੇ ਹਿੰਦੁਸਤਾਨ ਨੂੰ ਸਿਰਫ ਹਿੰਦੂ ਹੀ ਰੱਖ ਕੇ ਹਿੰਦੁਸਤਾਨ ਬਣਾਉਣਾ ਚਾਹੁੰਦਾ ਹੈ। ਉਹ ਕਹਿੰਦਾ ਕਿ ਸਾਰੀਆਂ ਅਕਲੀਅਤਾਂ ਜਿਹੜੀਆਂ ਨੇ ਉਹ ਨਿਕਲ ਜਾਣ ਇੱਥੋਂ। ਕੋਸ਼ਿਸ਼ ਤੇ ਉਹਦੀ ਇਹ ਹੀ ਹੈ ਨਾ ਕਿ ਨਿਕਲ ਜਾਣ ਤੇ ਇੱਥੇ ਸਿਰਫ ਹਿੰਦੂ ਹੀ ਰਹਿਣ। ਲੇਕਿਨ ਅਗਰ ਸਿਰਫ ਹਿੰਦੂ ਰਹਿਣਗੇ ਤੇ ਇਹਦੀ ਦੁਨੀਆ ਤੇ ਉਹਨਾਂ ਦੀ ਜੱਗ ਹਸਾਈ ਹੋਏਗੀ। ਇਹਦਾ ਮਤਲਬ ਹੈ ਕਿ ਨਹੀਂ, ਅਜੇ ਤੱਕ ਦੋ ਕੌਮੀ ਨਜ਼ਰੀਆ ਖਤਮ ਨਹੀਂ ਹੋਇਆ ਇੰਡੀਆ ਦੇ ਵਿੱਚ? ਨਾ, ਬਿਲਕੁਲ ਨਹੀਂ ਹੋਇਆ। ਉਹ ਦੋ ਕੌਮੀ ਨਜ਼ਰੀਆ ਹਜੇ ਤੱਕ ਇੰਡੀਆ ਦੇ ਵਿੱਚ ਕਾਇਮ ਦਾਇਮ ਹੈ। ਬਿਲਕੁਲ, ਮੁਸਲਮਾਨ ਤੇ ਹਿੰਦੂ ਤੇ ਬਾਕੀ ਮਜ਼ਾਹਿਬ ਵੀ। ਫਰਜ਼ਾਨਾ ਭਾਈ ਸਾਹਿਬ, ਕੀ ਸਮਝਦੇ ਹੋ ਤੁਸੀਂ ਕਿ ਕਰਨਲ ਸੋਫੀਆ ਕੁਰੈਸ਼ੀ ਜਿਹੜਾ ਹੈ ਉਹ ਭਾਰਤੀ ਐਸਟੈਬਲਿਸ਼ਮੈਂਟ ਨੇ ਉਹਨੂੰ ਜਿਹੜਾ ਨਾ ਇਸਤੇਮਾਲ ਕੀਤਾ ਹੈ, ਜਾਂ ਵਾਕਈ ਉਹਨੇ ਇਸ ਚੀਜ਼ ਦਾ ਜਿਹੜਾ ਨਾ ਉਹ ਇਹ ਦੱਸਣਾ ਚਾਹਿਆ ਕਿ ਜੀ ਅਸੀਂ ਸੈਕੂਲਰ ਭਾਰਤ ਆ?
हाँ, नहीं देखो ਉਹ ਇਸਤੇਮਾਲ ਦਾ ਮੇਰਾ ਮਤਲਬ ਹੈ ਕਿ ਜਿਹੜਾ ਇੰਸਟੀਟਿਊਸ਼ਨ ਹੈ, ਅਗਰ ਤੁਸੀਂ ਜ਼ਾਹਿਰ ਇੱਕ ਔਰਤ ਇੱਕ ਐਸਾ ਇੰਸਟੀਟਿਊਸ਼ਨ ਇਸਤੇਮਾਲ ਕਰੇਗੀ ਜਿਹਦਾ ਕੰਮ ਹੀ ਜੰਗਾ ਕਰਨਾ ਔਰ ਜੰਗੋ ਜਦਲ ਹੈ, ਉਹ ਤੁਹਾਨੂੰ ਪਤਾ ਹੈ ਕਿ ਮਿਲਟਰੀ ਦਾ ਜਿਹੜਾ ਇੰਸਟੀਟਿਊਸ਼ਨ ਹੈ ਉਹ ਇਨਹੈਰੈਂਟਲੀ ਬੜਾ ਪੈਟਰੀਆਰਕਲ ਹੈ, ਬੜਾ ਮੇਲ ਡੋਮੀਨੇਟਿਡ ਹੁੰਦਾ ਹੈ, ਉਹਦੇ ਚ ਬੜਾ ਹੀਰੋਇਜ਼ਮ ਔਰ ਸਾਰੀਆਂ ਚੀਜ਼ਾਂ ਨੇ। ਜ਼ਾਹਿਰ ਜਬ ਔਰਤਾਂ ਉਸ ਮਿਲਟਰੀ ਦੇ ਅੰਦਰ ਜਾਣਗੀਆਂ, ਡਿਫੈਂਸ ਦੇ ਜਿਹੜੇ ਸਾਡੇ ਇੰਸਟੀਟਿਊਸ਼ਨਸ ਨੇ, ਅਗਰ ਉਹਨਾਂ ਨੂੰ ਜੁਆਇਨ ਕਰਨਗੀਆਂ ਤੇ ਫਿਰ ਜ਼ਾਹਿਰ ਹੈ ਕਿ ਉਹਨਾਂ ਨੂੰ ਇਸੇ ਤਰ੍ਹਾਂ ਅੱਗੇ ਕੀਤਾ ਜਾਏਗਾ ਔਰ ਉਹ ਜਿਹੜਾ ਸਾਰਾ ਨੈਰੇਟਿਵ ਹੈਗਾ ਮਿਲਟਰੀਜ਼ਮ ਦਾ, ਉਹਦਾ ਫਿਰ ਉਹ ਹਿੱਸਾ ਬਣ ਜਾਂਦੀਆਂ ਨੇ ਨਾ। ਤੇ ਇਸ ਕੇਸ ਵਿੱਚ ਜ਼ਾਹਿਰ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਉਹਦਾ ਆਪਰੇਸ਼ਨ ਦਾ ਨਾਮ ਵੀ ਆਪਰੇਸ਼ਨ ਸਿੰਦੂਰ ਰੱਖਿਆ, ਕਿਉਂਕਿ ਉਹ ਟਿਪੀਕਲੀ ਜਿਹੜਾ ਇੱਕ ਪੈਟਰੀਆਰਕਲ ਕਨਸੈਪਟ ਹੈ ਕਿ ਜਿਹੜਾ ਮਰਦਾਂ ਦੀ ਆਦਮੀ ਹੈ ਉਹਨੇ ਔਰਤਾਂ ਨੂੰ ਬਚਾਉਣਾ ਹੈ ਤੇ ਔਰਤਾਂ ਦੇ ਪ੍ਰੋਟੈਕਟਰਸ ਨੇ, ਔਰ ਔਰਤਾਂ ਨੂੰ ਅੱਗੇ ਕਰਕੇ ਉਹ ਜਿਹੜੀਆਂ ਔਰਤਾਂ ਮਤਲਬ ਜਿਨ੍ਹਾਂ ਨੇ ਹੁਣ ਮਿਲਟਰੀ ਜੁਆਇਨ ਕੀਤੀ ਹੋਈ ਹੈ ਉਹਨਾਂ ਨੂੰ ਅੱਗੇ ਉਹਨਾਂ ਨੂੰ ਕਰਕੇ ਤੇ ਉਹਨਾਂ ਨੂੰ ਉਹ ਦੱਸ ਰਹੇ ਨੇ ਕਿ ਜੀ ਸਾਡੀਆਂ ਔਰਤਾਂ ਵੀ ਜਿਹੜੀਆਂ ਨੇ ਉਹ ਇੰਤਕਾਮ ਲੈਣ ਵਾਸਤੇ ਜਿਹੜੀਆਂ ਨੇ ਉਹ ਮਰਦਾਂ ਦੀ ਤਰ੍ਹਾਂ ਸ਼ਾਨਾ ਬਸ਼ਾਨਾ ਨੇ। ਤੇ ਮੈਂ ਸਮਝਦੀ ਹਾਂ ਕਿ ਸਾਰਾ ਇੰਸਟੀਟਿਊਸ਼ਨ ਆਫ ਮਿਲਟਰੀ ਜਿਹੜਾ ਮਿਲਟਰੀ ਦਾ ਜਿਹੜਾ ਇੰਸਟੀਟਿਊਸ਼ਨ ਹੈ ਇਹ ਉਹਦਾ ਪ੍ਰੋਬਲਮ ਹੈਗਾ ਕਿ ਉਹਦੇ ਅੰਦਰ ਜਿਹੜੀ ਪੈਟਰੀਆਰਕੀ, ਉਹ ਦੇਖੋ ਐਕਚੁਅਲੀ ਜਦੋਂ ਜੰਗਾਂ ਹੁੰਦੀਆਂ ਨੇ ਔਰਤਾਂ ਦੇ ਨਾਲ ਹੀ ਜ਼ਿਆਦਾ ਜ਼ੁਲਮ ਹੁੰਦੇ ਨੇ। ਸੈਕਸ਼ੁਅਲ ਵਾਇਲੈਂਸ ਨੂੰ ਜਿਹੜਾ ਜੰਗਾਂ ਦੇ ਵਿੱਚ ਇੱਕ ਹਥਿਆਰ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੈ। ਜਿੰਨੀਆਂ ਵੀ ਜੰਗਾਂ ਹੋਈਆਂ ਨੇ ਤੁਸੀਂ ਦੇਖੋਗੇ ਕਿ ਉਹਦਾ ਇੱਕ ਅਗਰ ਤੁਸੀਂ ਇੱਕ ਫੈਮਿਨਿਸਟ ਲੈਂਸ ਦੇ ਨਾਲ ਦੇਖੋ ਤੇ ਤੁਹਾਨੂੰ ਪਤਾ ਚੱਲੇਗਾ ਕਿ ਔਰਤਾਂ ਜਿਹੜੀਆਂ ਨੇ ਉਹ ਜ਼ਿਆਦਾ ਜੰਗਾਂ 'ਚ ਵਲਨਰੇਬਲ ਇਸ ਲਈ ਹੋ ਜਾਂਦੀਆਂ ਨੇ ਕਿ ਜਿਹੜਾ ਉਹਨਾਂ ਦਾ ਜਿਹੜੀ ਸੈਕਸ਼ੁਅਲ ਵਾਇਲੇਸ਼ਨ ਹੁੰਦੀ ਹੈ, ਉਹਨਾਂ ਦੀ ਬਾਡੀ ਦੀ ਵਾਇਲੇਸ਼ਨ ਹੈ, ਉਹਦੀ ਵਜ੍ਹਾ ਦੇ ਨਾਲ ਮਤਲਬ ਉਹ ਵੈਪਨਾਈਜ਼ ਕੀਤਾ ਜਾਂਦਾ ਹੈ ਉਹਨਾਂ ਦੀ ਸੈਕਚੁਅਲਿਟੀ ਨੂੰ, ਔਰ ਉਹ ਤਸੱਵਰ ਕੀਤਾ ਜਾਂਦਾ ਹੈ ਕਿ ਜੇਕਰ ਅਸੀਂ ਔਰਤਾਂ ਨੂੰ ਰੇਪ ਕਰਾਂਗੇ, ਜਿਹੜਾ ਦੁਸ਼ਮਣ ਦੀਆਂ ਔਰਤਾਂ ਨੇ ਉਹਨਾਂ ਨੂੰ ਰੇਪ ਕਰਾਂਗੇ ਤੇ ਉਹ ਫਿਰ ਅਸੀਂ ਉਹਨਾਂ ਮਰਦਾਂ ਦੇ ਉੱਤੇ ਫਤਹ ਹਾਸਿਲ ਕਰ ਦਿੱਤੀ ਹੈ। ਤੇ ਇਹ ਉਹ ਸਾਰਾ ਮਾਈਂਡ ਸੈਟ ਹੈ ਜਿਹਦੀ ਵਜ੍ਹਾ ਨਾਲ ਇਸ ਕਿਸਮ ਦੀ ਗੁਫ਼ਤਗੂ ਜਿਹੜੀ ਇੰਤਹਾਈ ਗੈਰ ਮੁਨਾਸਿਬ ਔਰ ਗੈਰ ਮੁਹੱਜ਼ਬ ਗੁਫ਼ਤਗੂ ਉਹਨਾਂ ਦੇ ਕੈਬਨਿਟ ਮਿਨਿਸਟਰ ਨੇ ਕੀਤੀ ਹੈ, ਪਰ ਉਹ ਉਸ ਚੀਜ਼ ਦਾ ਇਜ਼ਹਾਰ ਹੈ ਕਿ ਇਹ ਜਨਰਲੀ ਮਿਲਟਰੀ ਦੇ ਅੰਦਰ ਆਮ ਤੌਰ ਤੇ ਇਸੇ ਤਰ੍ਹਾਂ ਦਾ ਮਾਈਂਡ ਸੈਟ ਪਾਇਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਮੈਂ ਸਮਝਦੀ ਹਾਂ ਕਿ ਇੰਡੀਅਨ ਆਰਮੀ ਦੀ ਰਿਪਰੈਜ਼ੈਂਟੇਸ਼ਨ ਜਿਹੜੀ ਇਸ ਕੈਬਨਿਟ ਮਿਨਿਸਟਰ ਨੇ ਕੀਤੀ ਹੈ ਉਹ ਬਹੁਤ ਹੀ ਨਾਮੁਨਾਸਿਬ ਔਰ ਗੈਰ ਮੁਹੱਜ਼ਬ ਹੈ। फरजाना भाई साहब प्रोग्राम इतों ही शुरू करते हैं लेकिन इतने वक्त हुए एक ब्रेक दा। अच्छा वेलकम बैक नाज़रीन। और फरजाना भाई साहब तुसी कुछ कह रहे सी ब्रेक्स तो पहले, तो मैं चाहांगी कि तुसी अपनी गल नूं जरा मुकम्मल करो। ਨਹੀਂ ਬਸ ਮੈਂ ਇਹ ਗੱਲ ਕਰ ਰਹੀ ਸਾਂ ਕਿ ਜਿਹੜੀਆਂ ਜੰਗਾਂ ਦਾ ਤੁਸੀਂ ਦੇਖ ਲਓ ਨਾ, ਜੰਗਾਂ ਦੇ ਵਿੱਚ ਔਰਤਾਂ ਪੂਰੀ ਤਰ੍ਹਾਂ ਮੁਤਾਸਿਰ ਹੁੰਦੀਆਂ ਨੇ ਔਰ ਔਰਤਾਂ ਨੂੰ ਬਹੁਤ ਕਿਉਂਕਿ ਉਹਦੇ ਵਿੱਚ ਜਿਹੜਾ ਸੈਕਸ਼ੁਅਲ ਵਾਇਲੈਂਸ ਉਹਨੂੰ ਵੀ ਹਥਿਆਰ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੈ। ਤੇ ਅਗਰ ਮਿਲਟਰੀ ਦੇ ਇੰਸਟੀਟਿਊਸ਼ਨਸ ਦੇ ਅੰਦਰ ਔਰਤਾਂ ਜਾਣਗੀਆਂ ਤੇ ਜ਼ਾਹਿਰ ਉਹ ਫਿਰ ਉਸੇ ਨੈਰੇਟਿਵ ਦਾ ਹਿੱਸਾ ਬਣ ਜਾਂਦੀਆਂ ਨੇ ਨਾ। ਉਹ ਜਿਹੜਾ ਇੱਕ ਪੈਟਰੀਆਰਕਲ ਨੈਰੇਟਿਵ ਹੁੰਦਾ ਹੈ ਕਿ ਜੀ ਅਸੀਂ ਆਪਣੀਆਂ ਔਰਤਾਂ ਦੀ ਇੱਜ਼ਤ ਬਚਾਉਣ ਵਾਸਤੇ ਜਿਹੜਾ ਮੇਲ ਡੋਮੀਨੇਟਿਡ ਆਦਮੀ ਹੈ ਉਹ ਜਾ ਰਹੀ ਹੈ, ਉਹ ਦੁਸ਼ਮਣ ਤੇ ਹਮਲਾ ਕਰ ਰਹੀ ਹੈ ਤੇ ਉਹ ਫਿਰ ਅਗਰ ਔਰਤਾਂ ਵੀ ਉਹਨਾਂ ਇੰਸਟੀਟਿਊਸ਼ਨ ਦਾ ਹਿੱਸਾ ਨੇ ਤੇ ਫਿਰ ਜ਼ਾਹਿਰ ਉਹ ਵੀ ਉਸੇ ਨੈਰੇਟਿਵ ਦਾ ਹਿੱਸਾ ਬਣ ਜਾਂਦੀਆਂ ਨੇ। लेकिन माफी चाहनी फरजाना साहिबा ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਮਤਲਬ ਇਹ ਬੜਾ ਗਲਤ ਫੈਸਲਾ ਹੋ ਗਿਆ ਹੈ ਸੋਫੀਆ ਕੋਲੋਂ ਕਿ ਬਹਿਸੀਅਤ ਇੱਕ ਤਾਂ ਔਰਤ, ਚਲੋ ਕੋਈ ਗੱਲ ਨਹੀਂ ਫੌਜ 'ਚ ਕਿਸੇ ਔਰਤ ਦਾ ਹੋਣਾ ਕੋਈ ਬੁਰੀ ਗੱਲ ਨਹੀਂ ਹੈਗੀ, ਫੌਜ 'ਚ ਜਿਹੜਾ ਨਾ ਉਹ ਮਰਦਾਂ ਦੇ ਸ਼ਾਨਾ ਬਸ਼ਾਨਾ ਔਰਤਾਂ ਹਰ ਫੀਲਡ ਦੇ ਵਿੱਚ ਕੰਮ ਕਰਦੀਆਂ, ਲੇਕਿਨ ਬਹਿਸੀਅਤ ਇੱਕ ਤਾਂ ਮੁਸਲਮਾਨ ਔਰ ਦੂਜਾ ਗੁਜਰਾਤ ਤੋਂ ਤਾਲੁਕ ਜਿੱਥੇ ਮੋਦੀ ਜਿਹੜਾ ਨਾ ਜਿਹਨੇ ਬਹੁਤ ਜ਼ੁਲਮ ਕੀਤਾ ਹੈਗਾ, ਜਿਹਨੂੰ ਹਾਲਾਂਕਿ ਬੁਚਰ ਆਫ ਗੁਜਰਾਤ ਕਹਿੰਦੇ ਆ, ਉੱਥੋਂ ਦੀ ਹੋ ਕੇ ਮੁਸਲਮਾਨਾਂ ਤੇ ਇੰਨਾ ਤਸ਼ੱਦਦ ਔਰ ਜ਼ੁਲਮ ਔਰ ਜਬਰ ਵੇਖ ਦੇ ਬਾਵਜੂਦ ਜਿਹੜਾ ਹੈ ਮੁਸਲਮਾਨਾਂ ਦੇ ਖਿਲਾਫ ਆਣਾ ਮਤਲਬ ਉਹਦੇ ਵਾਸਤੇ ਇਹ ਬਹੁਤ ਗਲਤ ਫੈਸਲਾ ਨਹੀਂ, ਜਾਂ ਉਹਨੇ ਖੁਦ ਆਪਣੇ ਆਪ ਨੂੰ ਜਸਟ ਲਾਈਮਲਾਈਟ ਵਿੱਚ ਆਉਣ ਵਾਸਤੇ ਇਹ ਕੀਤਾ ਹੈ? ਨਹੀਂ, ਮੈਨੂੰ ਲੱਗਦਾ ਕਿ ਉਹਨੂੰ ਜ਼ਾਹਿਰ ਹੈ ਕਿ ਉਹਨਾਂ ਨੇ ਇਸਤੇਮਾਲ ਕੀਤਾ ਔਰ ਅਗਰ ਤੁਸੀਂ ਕਿਸੇ ਇੰਸਟੀਟਿਊਸ਼ਨ ਦਾ ਹਿੱਸਾ ਔਰ ਤੁਹਾਨੂੰ ਉਹ ਕੰਮ ਦੇ ਦਿੱਤਾ ਜਾਏ ਔਰ ਤੁਸੀਂ ਉੱਥੇ ਨੌਕਰੀ ਕਰ ਰਹੇ ਹੋ ਤੇ ਜ਼ਾਹਿਰ ਹੈ ਤੁਸੀਂ ਉਹ ਫਿਰ ਉਸੇ ਚੀਜ਼ ਨੂੰ ਉਹਦੇ ਵਾਸਤੇ ਮਤਲਬ ਇਸ ਵਕਤ ਔਰਤ ਜਾਂ ਮੁਸਲਮਾਨ ਤੋਂ ਹੈ ਕਿ ਉਹ ਇੱਕ ਇੰਡੀਅਨ ਜਿਹੜਾ ਹੁਕੂਮਤ ਹੈ ਜਿਹੜੀ ਆਪਣਾ ਮੁਲਕ ਹੈ ਉਹਨੂੰ ਉਹ ਰਿਪਰੈਜ਼ੈਂਟ ਕਰ ਰਹੀ ਹੈ ਤੇ ਉਹਨੂੰ ਮਤਲਬ ਡਿਊਟੀ ਵਿੱਚ ਅਗਰ ਉਹਨਾਂ ਨੇ ਉਹ ਰੋਲ ਦਿੱਤਾ ਤੇ ਉਹਨੇ ਉਹ ਕੀਤਾ ਹੈ, ਲੇਕਿਨ ਜ਼ਾਹਿਰ ਉਹਨਾਂ ਨੇ ਜਾਣਬੁੱਝ ਕੇ ਇੱਕ ਔਰਤ ਨੂੰ ਸਿਲੈਕਟ ਕੀਤਾ ਹੈ ਜਿਹੜੀ ਕਿ ਮੁਸਲਮਾਨ ਔਰਤ ਹੈ
ਔਰ ਜਿੱਦਾਂ ਤਾਲੁਕ ਗੁਜਰਾਤ ਤੋਂ ਹੈ, ਜਿੱਥੇ ਜ਼ਾਹਿਰ ਹੈ ਕਿ ਗੁਜਰਾਤ ਉਹ ਇਲਾਕਾ ਹੈ ਜਿੱਥੇ ਮੋਦੀ ਨੇ ਬਹੁਤ ਹੀ ਉਹਨੂੰ ਬੁਚਰ ਆਫ ਗੁਜਰਾਤ ਕਿਹਾ ਜਾਂਦਾ ਹੈ ਕਿ ਉੱਥੇ ਉਹਨੇ ਬਹੁਤ ਜ਼ੁਲਮ ਕਰਾਏ ਸਨ। ਤੇ ਉਹਨਾਂ ਨੇ ਅਗਰ ਤੁਸੀਂ ਦੇਖੋ ਕਿ ਉਹਨਾਂ ਨੂੰ ਇਹ ਡਿਊਟੀ ਦਿੱਤੀ ਹੈ ਇਸ ਖਾਤੂਨ ਨੂੰ, ਤੇ ਉਹਦੀ ਵਜ੍ਹਾ ਉਹਦੇ ਪਿੱਛੇ ਸਾਰਾ ਮਾਈਂਡਸੈਟ ਆਪਰੇਟ ਕਰ ਰਿਹਾ ਸੀ। ਪਰ ਇੱਕ ਇੰਡੀਵਿਜੂਅਲ ਜਿਹੜਾ ਹੁੰਦਾ, ਮੈਂ ਸਮਝਦੀ ਹਾਂ ਕਿ ਉਹ ਜਿਸ ਵਕਤ ਕਿਸੇ ਐਸੇ ਇੰਸਟੀਟਿਊਸ਼ਨ ਦਾ ਹਿੱਸਾ ਬਣ ਜਾਂਦਾ ਤੇ ਫਿਰ ਉਹ ਉਸ ਤਰ੍ਹਾਂ ਹੁਣ ਆਪਣੇ ਇੰਸਟੀਟਿਊਸ਼ਨ ਦੇ ਜਿਹੜਾ ਉਹਵੇ ਕਾਲ ਆਫ ਡਿਊਟੀ ਉਹ ਤੇ ਫਿਰ ਕਰਨੀ ਪੈਂਦੀ ਹੈ ਨਾ। ਬਿਲਕੁਲ। ਅੱਛਾ ਨਾਸ਼ਰ ਸਾਹਿਬਾ, ਮੈਂ ਤੁਹਾਡੇ ਕੋਲੋਂ ਵੀ ਇਹ ਚੀਜ਼ ਪੁੱਛਣਾ ਚਾਹਾਂਗੀ ਕਿ ਦੁਨੀਆ ਕਦੋਂ ਤੱਕ ਮਤਲਬ ਇੱਕ ਦੂਜੇ ਨੂੰ ਧਮਕਾਉਂਦੀ ਰਹੇਗੀ ਕਿ ਸਾਡੇ ਕੋਲੇ ਐਟਮ ਬੰਬ ਹੈ, ਸਾਡੇ ਕੋਲੇ ਨਿਊਕਲੀਅਰ ਹੈ? ਇੱਕ ਨਾ ਇੱਕ ਦਿਨ ਜ਼ਿੰਦਗੀ ਗੁਜ਼ਰ ਜਾਣੀ ਹੈ ਇਨਸਾਨ ਦੀ। ਬੇਸਿਕਲੀ ਭਾਰਤ ਦਾ ਪਾਕਿਸਤਾਨ ਦੇ ਨਾਲ ਅਗਰ ਕੋਈ ਕੌਨਫਲਿਕਟ ਦੇਖਿਆ ਜਾਵੇ ਤੇ ਬੇਸਿਕਲੀ ਵਜ੍ਹਾ ਕੀ ਹੈ? ਚਲੋ ਜਿਹੜੀ ਜੰਗਬੰਦੀ ਹੋਈ ਉਹਦੀ ਵਜ੍ਹਾ ਇਹ ਸੀ ਕਿ ਉਹਨਾਂ ਨੇ ਪਹਿਲਗਾਮ ਵਾਕਿਆ ਨੂੰ ਬੇਸ ਬਣਾਇਆ ਔਰ ਉਹਦੀ ਆੜ ਦੇ ਵਿੱਚ ਪਾਕਿਸਤਾਨ ਦਾ ਪਾਣੀ ਬੰਦ ਕਰ ਦਿੱਤਾ। ਤੁਹਾਨੂੰ ਕੀ ਲੱਗਦਾ ਹੈ ਆਪਣੀ ਤਜਰਬੇ ਤੋਂ ਕਿ ਬੇਸਿਕਲੀ ਜਿਹੜੀ ਅਸਲ ਰੀਜ਼ਨ ਹੈ ਉਹ ਕੀ ਹੈ? ਉਹ ਚਾਹੁੰਦੇ ਨੇ ਕਿ ਮੁਸਲਮਾਨਾਂ ਨੂੰ ਮੁਕਾ ਦੇਣ ਤੇ ਮੁਸਲਮਾਨ ਰਹਿਣ ਹੀ ਨਾ, ਤੇ ਉਹ ਹੱਸਦੇ ਮੁਸਲਮਾਨਾਂ ਤੋਂ ਜਿਹੜੀ ਨਫ਼ਰਤ ਹੈ ਉਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਇਹ ਕਿ ਉਹ ਮੁਸਲਮਾਨ ਉਹਨਾਂ ਕੋਲੋਂ ਬਿਹਤਰ ਨੇ ਹਰ ਲਿਹਾਜ਼। ਅੱਛਾ ਤਾਕਤਵਰ ਨੇ, ਸਭ ਤੋਂ ਵੱਡੀ ਗੱਲ ਤੇ फरजाना साहिबा मेरी आवाज आ रही? हाँ जी आ रही है थोड़ी आवाज। अच्छा तो फरजाना साहिबा की समझदे तुसी कि बेसिकली रीजन की है इतनी नफरत दी? देखो तारीखी वजह है ना, ज़ाहिर है कि पहले ते इस रीजन दे अंदर मतलब सारे सदियां तो लोग इकट्ठे रह रहे सन, ਉਹਦੇ ਚ ਮੁਸਲਮਾਨ ਵੀ ਨੇ, ਹਿੰਦੂ ਵੀ ਨੇ, ਬੁੱਧਿਸਟ ਵੀ ਨੇ, ਹਰ ਤਰ੍ਹਾਂ ਦੇ। ਤੇ ਉਹ ਫਿਰ ਜਿਹੜਾ ਇਹ ਬਟਵਾਰਾ ਹੋਇਆ, ਪਾਰਟੀਸ਼ਨ ਜਿਹੜੀ ਹੋਈ ਹੈ, ਉਹਨੂੰ ਅੱਜ ਤੱਕ ਇੰਡੀਆ ਨੇ ਤਸਲੀਮ ਨਹੀਂ, ਦਿਲੋਂ ਜਿਹੜਾ ਹੈ ਨਾ ਉਹਨਾਂ ਨੇ ਤਸਲੀਮ ਨਹੀਂ ਕੀਤਾ ਕਿ ਉਹ ਜਿਹੜਾ ਖੰਡ ਭਾਰਤ ਦਾ ਜਿਹੜਾ ਤਸਵੁਰ ਹੈਗਾ ਉਹ ਲੈ ਕੇ ਉਹ ਹਾਲੇ ਤੱਕ ਬੈਠੇ ਹੋਏ ਨੇ। ਔਰ ਉਹਦੀ ਵਜ੍ਹਾ ਦੇ ਨਾਲ ਮਤਲਬ ਉਹਨਾਂ ਨੇ ਇੱਕ ਹਾਲਾਂਕਿ ਸਾਡੇ ਤੋਂ ਜ਼ਿਆਦਾ ਪਾਕਿਸਤਾਨ ਤੋਂ ਜ਼ਿਆਦਾ ਮੁਸਲਮਾਨਾਂ ਦੀ ਤਾਦਾਦ ਜਿਹੜੀ ਹੈ ਉਹ ਤੇ ਇੰਡੀਆ ਦੇ ਅੰਦਰ ਹੈਗੀ ਹੈ। ਤੇ ਮੈਂ ਸਮਝਦੀ ਹਾਂ ਕਿ ਜਿਹੜੀਆਂ ਨਫ਼ਰਤਾਂ ਫੈਲਾ ਰਹੇ ਹੈ ਉਹ ਇੰਡੀਆ ਦੇ ਅੰਦਰ ਜਿੰਨੀ ਉਹ ਆਪਣੇ ਲੋਕਾਂ ਵਾਸਤੇ, ਮੁਸਲਮਾਨਾਂ ਵਾਸਤੇ ਨਫ਼ਰਤ ਜਿਹੜੀ ਹੈ ਉਹ ਇੰਡੀਆ ਦੇ ਅੰਦਰ ਉਹ ਇੰਡੀਆ ਦੀ ਤਬਾਹੀ ਦਾ ਖੁਦ ਹੀ ਸਬਬ ਬਣੇਗੀ। ਤੁਸੀਂ ਵੇਖਣਾ ਕਿ ਕੋਈ ਉੱਥੇ ਮੁਸਲਮਾਨ ਕੋਈ ਕਰੋੜ 2 ਕਰੋੜ ਨਹੀਂ, ਉੱਥੇ ਕੋਈ 150 ਤੋਂ ਜ਼ਿਆਦਾ ਮੁਸਲਮਾਨ ਉੱਥੇ ਰਹਿੰਦੇ ਨੇ। ਤੇ ਇਹ ਜਿਹੜੀ ਨਫ਼ਰਤ ਹੈਗੀ ਹੈ ਉਹਦਾ ਸਬਬ ਇਹੀ ਹੈ ਕਿ ਹਾਲੇ ਤੱਕ ਉਹ ਪਾਕਿਸਤਾਨ ਦੇ ਵਜੂਦ ਨੂੰ ਉਹਨਾਂ ਨੇ ਤਸਲੀਮ ਹੀ ਨਹੀਂ ਕੀਤਾ। ਔਰ ਉਹ ਜਿਹੜੇ ਇੱਕ ਐਰੋਗੈਂਸ ਹੈਗੀ ਹੈ, ਇੱਕ ਜਿਹੜਾ ਜਿਹੜਾ ਦਾ ਰੋਲ ਹੈਗਾ ਖਿੱਤੇ ਵਿੱਚ, ਜਿਹੜਾ ਪੁਲਿਸਮੈਨ ਦਾ ਰੋਲ ਪਲੇ ਕਰਨਾ ਚਾਹੁੰਦਾ ਹੈ, ਉਹ ਜ਼ਾਰੇ ਪਾਕਿਸਤਾਨ ਉਹਨੂੰ ਕਰਨ ਨਹੀਂ ਦਿੰਦਾ। ਬਾਕੀ ਤੇ ਤੁਸੀਂ ਦੇਖੋ ਜਿਹੜੇ ਛੋਟੇ ਛੋਟੇ ਦੂਸਰੇ ਮੁਲਕ ਨੇ, ਜਿਸ ਤਰ੍ਹਾਂ ਨੇਪਾਲ ਹੈ, ਬੰਗਲਾਦੇਸ਼ ਹੈ, ਸ੍ਰੀਲੰਕਾ ਹੈ, ਮਤਲਬ ਉੱਥੇ ਉਹ ਆਪਣੀ ਜਿਹੜੀ ਚੁਧਰਾਹਟ ਚਮਕਾ ਲੈਂਦਾ ਹੈ, ਲੇਕਿਨ ਪਾਕਿਸਤਾਨ ਦੇ ਅੰਦਰ ਉਹ ਆਪਣੀ ਚੁਧਰਾਹਟ ਜਿਹੜਾ ਇੰਡੀਆ ਕਦੀ ਨਹੀਂ ਬਣਾ ਸਕਦਾ। ਕਦੀ ਵੀ ਨਹੀਂ। ਉਹ ਦੂਸਰੀ ਗੱਲ ਹੈ ਫਰਜ਼ਾਨਾ ਸਾਹਿਬਾ, ਨਾਲੇ ਬਾਕੀ ਵੀ ਸਾਡੇ ਹਮਸਾਇਆ ਮਮਾਲਿਕ ਹੈਗੇ ਨੇ, ਠੀਕ ਹੈ, ਉਹ ਸਾਡੇ ਨਾਲ ਜਿਹੜਾ ਨਾ ਉਹ ਇੰਨੀ ਛੇੜਖਾਨੀ ਨਹੀਂ ਕਰਦੇ ਜਿੰਨਾ ਬਾਰ-ਬਾਰ ਜਿਹੜਾ ਨਾ ਉਹ ਇੰਡੀਆ ਕਰਦਾ। ਹਾਂ ਨਹੀਂ ਉਹ ਇੱਕ ਨਾ ਇੰਡੀਆ ਨੂੰ ਉਹ ਜ਼ੂਮ ਹੈਗਾ ਨਾ, ਉਹ ਇਸ ਖਿੱਤੇ ਦਾ ਪੁਲਿਸਮੈਨ ਬਣਨਾ ਚਾਹੁੰਦਾ ਹੈ ਨਾ, ਇਸ ਖਿੱਤੇ ਦੇ ਅੰਦਰ ਉਹ ਆਪਣੀ ਚਾਹੁੰਦਾ ਹੈ ਕਿ ਉਹ ਸਾਰੇ ਲੋਗੋਂ ਦੀ ਤਰਫ ਦੇਖਣ। ਤੇ ਪਾਕਿਸਤਾਨ ਤੇ ਜਾਰੀ ਹੈ, ਪਾਕਿਸਤਾਨ ਦੀ ਤੇ ਉਹਦੀ ਇਹ ਹੈਸੀਅਤ ਪਾਕਿਸਤਾਨ ਕਦੀ ਨਹੀਂ ਤਸਲੀਮ ਕੀਤੀ। ਅਸੀਂ ਤੇ ਬਰਾਬਰੀ ਦੀ ਬੁਨਿਆਦ ਦੇ ਉੱਤੇ ਉਹਨਾਂ ਦੇ ਨਾਲ, ਭਾਰਤ ਦੇ ਨਾਲ ਵੀ ਤਾਲੁਕਾਤ ਜਿਹੜੇ ਉਹ ਰੱਖਣਾ ਚਾਹੁੰਦੇ ਆ। ਤੇ ਉਹ ਜਿਹੜਾ ਉਹਨੂੰ ਇਸ ਖਿੱਤੇ 'ਚ ਜਿਹੜਾ ਜ਼ਾਹਿਰ ਆਪੋਜੀਸ਼ਨ ਮਿਲਦੀ ਹੈ ਉਹ ਪਾਕਿਸਤਾਨ ਤੋਂ ਮਿਲਦੀ ਹੈ। ਜ਼ਾਹਿਰ ਚਾਈਨਾ ਦੇ ਨਾਲ ਤੇ ਉਹਨਾਂ ਦੀ ਆਪਣੀ ਜਿਹੜੀ ਜਿਓਗ੍ਰਾਫਿਕਲੀ ਵੀ ਉਹਨਾਂ ਦੀ ਦੁਸ਼ਮਣੀ ਚੱਲੀ ਰਹੀ ਹੈ। ਤੇ ਫਿਰ ਉਹਦੇ ਬਾਅਦ ਇਹ ਕਿ ਪਾਕਿਸਤਾਨ ਤੇ ਇਹ ਵਜ੍ਹਾ ਹੈਗੀ ਹੈ ਕਿ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਹੁਣ ਉੱਥੇ ਜਿਹੜੀ ਹਿੰਦੂਇਤਾ ਦੀ ਵਜ੍ਹਾ ਨਾਲ ਜਿਹੜੀ ਬਹੁਤ ਰੈਡੀਕਲਾਈਜੇਸ਼ਨ ਹੋ ਗਈ ਹੈ ਇੰਡੀਅਨ ਸੋਸਾਇਟੀ ਦੇ ਅੰਦਰ, ਉਹਦਾ ਵੀ ਮੈਂ ਸਮਝਦੀ ਕਿ ਉਹ ਮੁਸਲਮਾਨਾਂ ਦੇ ਖਿਲਾਫ ਜਿਹੜੀ ਨਫ਼ਰਤ ਹੈ ਉਹ ਇੰਡੀਆ ਦੇ ਅੰਦਰ ਵੀ ਕਿਉਂਕਿ ਦਿਨ ਬ ਦਿਨ ਵੱਧ ਰਹੀ ਹੈ। ਤੇ ਉਹਦੀ ਵਜ੍ਹਾ ਦੇ ਨਾਲ ਫਿਰ ਪਾਕਿਸਤਾਨ ਦੀ ਤਰਫ ਵੀ ਆਮ ਜਿਹੜੇ ਇੰਡੀਅਨ ਨੇ, ਨੋਟ ਸਾਰੇ ਲੋਕਾਂ ਦੇ ਬਾਰੇ ਚ ਨਹੀਂ ਮੈਂ ਕਹਾਂਗੀ, ਲੇਕਿਨ ਇੱਕ ਬਹੁਤ ਵੱਡੀ ਤਾਦਾਦ ਉਹ ਵੋਟਰ ਜਿਹੜਾ ਕਿ ਮੋਦੀ ਨੂੰ ਵੋਟ ਦੇ ਕੇ ਇਸ ਕਿਸਮ ਦਾ ਫੈਸ਼ਿਸਟ ਆਦਮੀ ਨੂੰ ਹਕੂਮਤ ਵਿੱਚ ਲੈ ਕੇ ਆਉਂਦੇ ਨੇ,
ਉਹ ਉਸ ਤਰ੍ਹਾਂ ਉਹ ਲੋਕ ਜਿਹੜੇ ਨੇ ਨਾ ਉਹ ਵੋਟ ਦੇ ਜ਼ਰੀਏ ਇਸ ਬੰਦੇ ਨੂੰ ਜਿਹੜਾ ਹੈ ਉਹਨਾਂ ਨੇ ਹਕੂਮਤ ਵਿੱਚ ਲੈ ਕੇ ਆਏ ਨੇ। ਲਿਹਾਜ਼ਾ ਉਹ ਜਿਹੜੀ ਨਫ਼ਰਤ ਦੀ ਪਾਲਿਸੀ ਹੈਗੀ ਹੈ ਇੰਡੀਆ ਦੇ ਅੰਦਰ ਵੀ ਮੁਸਲਮਾਨਾਂ ਦੇ ਖਿਲਾਫ ਔਰ ਫਿਰ ਪਾਕਿਸਤਾਨ ਦੇ ਖਿਲਾਫ ਦੀ ਜਿਹੜਾ ਹੈ ਉਹ ਤੁਸੀਂ ਦੇਖੋ ਕਿ ਨਫ਼ਰਤ ਜਿਹੜੀ ਹੈ ਉਹਦਾ ਇਜ਼ਹਾਰ ਇਸੇ ਤਰ੍ਹਾਂ ਬਾਰ-ਬਾਰ ਹੋ ਰਿਹਾ ਹੈ। ਬਿਲਕੁਲ ਨਫ਼ਰਤ ਦਾ ਇਜ਼ਹਾਰ ਵੀ ਬਾਰ-ਬਾਰ ਹੋ ਰਿਹਾ। ਔਰ ਤੁਹਾਡੀ ਗੱਲ ਤੋਂ ਮੈਂ ਗੱਲ ਕੋਟ ਕਰਾਂਗੀ ਕਿ ਇੱਕ ਹੁੰਦਾ ਨਾ ਕਿ ਪਾਕਿਸਤਾਨ ਜਿਹੜਾ ਨਾ ਉਹ ਆਬਾਦੀ ਦੇ ਲਿਹਾਜ਼ ਨਾਲ ਵੀ ਤੇ ਰਕਬੇ ਦੇ ਲਿਹਾਜ਼ ਨਾਲ ਵੀ ਜਿਹੜਾ ਨਾ ਉਹ ਛੋਟਾ ਹੈ, ਆਬਾਦੀ 'ਚ ਵੀ ਬਹੁਤ ਘੱਟ ਹੈ। ਅਸੀਂ ਰਕਬੇ ਦੇ ਲਿਹਾਜ਼ ਨਾਲ ਕਾਫੀ ਜ਼ਿਆਦਾ ਸਾਡਾ ਵੱਡਾ ਰਕਬਾ ਹੈ ਔਰ ਆਬਾਦੀ ਦੇ ਲਿਹਾਜ਼ ਨਾਲ ਵੀ ਅਸੀਂ ਵੱਡਾ ਮੁਲਕ ਆ, ਲੇਕਿਨ ਫਿਰ ਵੀ ਜਿਹੜੀ ਨਾ ਸਾਡੀ ਓਨੀ ਚੌਧਰ ਕਾਇਮ ਨਹੀਂ ਹੋ ਰਹੀ ਜਿੰਨੀ ਪਾਕਿਸਤਾਨ ਦੀ ਹੈ ਵੈਸੇ। ਅੱਛਾ, ਹਾਲੀਆ ਜਿਹੜਾ ਇਨਸੀਡੈਂਟ ਹੈ ਜੰਗਬੰਦੀ ਦਾ, ਇਹਦੇ ਕਰਕੇ ਅਗਰ ਦੇਖਿਆ ਜਾਏ ਤਾਂ ਮੋਦੀ ਨੇ ਇਹ ਸਾਰਾ ਜਿਹੜਾ ਪਲਾਨ ਕੀਤਾ, ਜਿਹੜਾ ਇਹ ਰੋਡ ਮੈਪ ਬਣਾਇਆ ਆਪਣਾ, ਉਹ ਆਉਣ ਵਾਲੇ ਇਲੈਕਸ਼ਨਸ ਵਾਸਤੇ ਬਣਾਇਆ। ਤੁਸੀਂ ਕੀ ਸਮਝਦੇ ਹੋ ਕਿ ਮੋਦੀ ਦਾ ਵੋਟ ਬੈਂਕ ਇਹਦੇ ਨਾਲ ਸਟਰੋਂਗ ਹੋਇਆ ਜਾਂ ਬਸ ਖਤਮ ਹੋ ਗਿਆ? ਮੇਰੇ ਕੋਲ ਪੁੱਛ ਰਹੇ ਹੋ? ਜੀ ਜੀ ਬਿਲਕੁਲ ਫਰਜ਼ਾਨਾ ਸਾਹਿਬਾ। ਹਾਂ, ਨਹੀਂ ਮੈਂ ਸਮਝਦੀ ਹਾਂ ਕਿ ਮੋਦੀ ਜਿਹੜਾ ਹੈ ਉਹਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਉਹ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਉਹਦੇ ਪਿੱਛੇ ਇੱਕ ਪੋਲੀਟੀਕਲ ਉਹ ਸੀ ਕਿ ਉਹ ਵਜ੍ਹਾ ਸੀ ਜਿਹਦੀ ਵਜ੍ਹਾ ਨਾਲ ਉਹਨੇ ਹਮਲਾ ਕੀਤਾ। ਇਹਦੇ ਬਾਵਜੂਦ ਕਿ ਪਾਕਿਸਤਾਨ ਬਾਰ-ਬਾਰ ਉਹਨੂੰ ਕਹਿੰਦਾ ਰਿਹਾ ਕਿ ਤੁਸੀਂ ਪਹਿਲਗਾਮ ਦੇ ਉੱਤੇ ਕੋਈ ਇੰਡੀਪੈਂਡੈਂਟ ਇਨਕੁਆਇਰੀ ਕਰਾ ਲਓ, ਅਸੀਂ ਤੁਹਾਡੇ ਨਾਲ ਬੈਠਣ ਵਾਸਤੇ ਤਿਆਰ ਹਾਂ। ਕਿਉਂਕਿ ਇਹ ਨਹੀਂ ਹੋ ਸਕਦਾ ਜਿਹੜਾ ਉਹ ਨਵੀਂ ਸਿਲਸਿਲਾ ਗੱਲ ਕਰ ਰਿਹਾ ਕਿ ਜੀ ਜਿਹੜਾ ਵੀ ਹਮਲਾ ਹੋਏਗਾ ਤੇ ਅਸੀਂ ਉਹਨੂੰ ਪਾਕਿਸਤਾਨ ਦੇ ਖਿਲਾਫ ਅੰਦਰ ਜਾ ਕੇ ਅਸੀਂ ਅਟੈਕ ਕਰਾਂਗੇ ਤੇ ਅਸੀਂ ਪਾਕਿਸਤਾਨ ਜਾਂ ਇੰਡੀਆ ਇੱਥੇ ਹੌਸਟੇਜ ਤੇ ਬਣ ਜਾਏਗਾ ਨਾ ਉਹਨਾਂ ਲੋਕਾਂ ਦੇ ਹੱਥਾਂ ਜਿਹੜੇ ਕਿ ਮਿਲੀਟੈਂਟ ਨੇ। ਕੱਲ ਨੂੰ ਕੋਈ ਵੀ ਐਸੇ ਗਰੁੱਪ ਜਿਹੜੇ ਆਪਰੇਟ ਕਰ ਰਹੇ ਨੇ ਪਾਕਿਸਤਾਨ ਦੇ ਅੰਦਰ ਵੀ ਜਿਹੜੇ ਇੰਡੀਪੈਂਡੈਂਟ ਗਰੁੱਪਸ ਨੇ ਜਿਹਦਾ ਹੁਕੂਮਤ ਦੇ ਨਾਲ ਕੋਈ ਤਾਲੁਕ ਨਹੀਂ, ਉਹ ਕੱਲ ਨੂੰ ਜਾ ਕੇ ਉੱਥੇ ਕੋਈ ਹੰਗਾਮਾ ਕਰ ਦੇਣ, ਕੋਈ ਹਮਲਾ ਕਰ ਦੇਣ ਤੇ ਉਹ ਫਿਰ ਪਾਕਿਸਤਾਨ ਤੇ ਹਮਲਾ ਕਰੇਗਾ। ਇਹਦਾ ਮਕਸਦ ਸਾਰਾ ਜਿਹੜਾ ਸੀ ਇਹ ਜਿਹੜੀਆਂ ਬਿਲਕੁਲ ਨਾ ਮੁਨਾਸਿਬ ਜਿਹੜੀਆਂ ਨੌਨਸੈਂਸਿਕਲ ਗੱਲਾਂ ਕਰ ਰਿਹਾ ਮੋਦੀ ਤੇ ਉਹਦਾ ਪਿੱਛੇ ਉਹ ਗੇਨ ਕਰਨਾ ਚਾਹ ਰਿਹਾ ਸੀ ਪੋਲੀਟੀਕਲ ਸਪੋਰਟ। ਉਹਦੇ ਜਿੰਨਾ ਜ਼ਿਆਦਾ ਐਕਸਪੋਜ਼ ਹੋਏ ਨੇ ਜਿਹੜਾ ਗੋਦੀ ਮੀਡੀਆ ਹੈ ਉਹਨੇ ਐਸਾ ਗੰਦਾ ਰੋਲ ਪਲੇ ਕੀਤਾ ਹੈ ਕਿ ਇੰਡੀਆ ਨੂੰ ਮੂੰਹ ਛੁਪਾਉਣ ਦੀ ਜਗ੍ਹਾ ਨਹੀਂ ਮਿਲ ਰਹੀ। ਫਿਰ ਹੈ ਕਿ ਅੱਲਾ ਦਾ ਸ਼ੁਕਰ ਹੈ ਪਾਕਿਸਤਾਨ ਆਰਮੀ ਨੇ ਵੀ ਜਿਹੜਾ ਬਹੁਤ ਰਿਸਟ੍ਰੇਨ ਤਰੀਕੇ ਨਾਲ ਬੜਾ ਮੈਚੁਰ ਤਰੀਕੇ ਨਾਲ ਆਪਣਾ ਟਾਈਮ ਲੈ ਕੇ ਪਹਿਲੇ ਉਹਨਾਂ ਨੇ ਉਹਦਾ ਜਵਾਬ ਆਪਣਾ ਡਿਫੈਂਸ ਕਰਦੇ ਰਹੇ ਨੇ ਤੇ ਜਦੋਂ ਇਹ ਬਾਜ਼ ਨਹੀਂ ਆਏ ਤੇ ਫਿਰ ਇਹਨਾਂ ਨੇ ਰਿਸਪੌਂਡ ਕੀਤਾ। ਉਹ ਫਿਰ ਰਿਸਪੌਂਡ ਵੀ ਅੱਲਾ ਦਾ ਸ਼ੁਕਰ ਹੈ ਕਿ ਉਹ ਇਸ ਤਰ੍ਹਾਂ ਦਾ ਹੋਇਆ ਕਿ ਉਹਨਾਂ ਨੂੰ ਐਸਾ ਉਹਨਾਂ ਦੇ ਮੂੰਹ ਦੇ ਉੱਤੇ ਸਮਝੋ ਤਮਾਚਾ ਪਿਆ ਹੈ ਤੇ ਉਹਦੇ ਨਾਲ ਵੀ ਜਿਹੜਾ ਇੰਡੀਆ ਦੇ ਅੰਦਰ ਆਮ ਜਿਹੜੇ ਲੋਕ ਨੇ ਉਹ ਜਿਨ੍ਹਾਂ ਨੂੰ ਕਹਿ ਰਹੇ ਸਨ ਕਿ ਅਸੀਂ ਪਤਾ ਕਰ ਲਿਆ, ਅਸੀਂ ਪਿੰਡੀ ਪਹੁੰਚ ਗਏ, ਇਸਲਾਮਾਬਾਦ ਤੇ ਕਬਜ਼ਾ ਕਰ ਲਿਆ ਔਰ ਸਾਰਾ ਕੁਝ, ਤੇ ਉਹ ਮੈਂ ਸਮਝਦੀ ਹਾਂ ਕਿ ਇਸ ਵਕਤ ਹੁਣ ਇੰਡੀਆ ਦੇ ਅੰਦਰ ਜਿਹੜੀ ਸੇਨ ਵੌਇਸਿਸ ਨੇ ਉਹ ਬਹੁਤ ਕੁਐਸਚਨ ਕਰ ਰਹੇ ਨੇ ਔਰ ਓਵਰਆਲ ਮੈਂ ਸਮਝਦੀ ਹਾਂ ਕਿ ਮੋਦੀ ਨੂੰ ਸਿਆਸੀ ਤੌਰ ਤੇ ਬਹੁਤ ਵੱਡਾ ਧੱਕਾ ਲੱਗਿਆ, ਬਹੁਤ ਵੱਡਾ ਨੁਕਸਾਨ ਹੋਇਆ, ਮਿਲੀਟਰੀਲੀ ਵੀ ਹੋਇਆ ਔਰ ਸੋਸ਼ਲੀ ਵੀ ਹੋਇਆ। ਅੱਛਾ ਨਾਸਰ ਸਾਹਿਬਾ, ਦੇਖੋ ਜਿਸ ਤਰ੍ਹਾਂ ਅਗਰ ਦੇਖਿਆ ਜਾਏ ਮੋਦੀ ਨੂੰ ਕਿ ਆਪਣੇ ਵੋਟ ਬੈਂਕ ਨੂੰ ਸਟਰੋਂਗ ਕਰਨ ਵਾਸਤੇ ਮੇਰਾ ਖਿਆਲ ਹੈ ਉਹਨੇ ਨੁਕਸਾਨ ਹੈ ਆਪਣੇ ਆਪ ਹੈ ਤੇ ਹੁਣ ਉਹ ਇਲੈਕਸ਼ਨ ਜਿੱਤ ਹੀ ਨਹੀਂ ਸਕਦਾ, ਹਾਰੇਗਾ। ਲੇਕਿਨ ਹੋ ਸਕਦਾ ਕਿ ਕੁਝ ਇਸ ਤੋਂ ਵੀ ਵੱਡਾ ਕਰ ਦੇਵੇ ਤਾਂ ਕਿ ਮੇਰਾ ਵੋਟ ਬੈਂਕ ਹੋਰ ਸਟਰੋਂਗ ਹੋ ਜਾਏ। ਬਿਲਕੁਲ ਨਹੀਂ ਸਟਰੋਂਗ ਹੋ। ਅੱਛਾ, ਮੈਂ ਬੇਸਿਕਲੀ ਪੁੱਛਣਾ ਇਹ ਚਾਹ ਰਹੀ ਸੀ ਕਿ ਕੀ ਜ਼ਰੂਰੀ ਹੁੰਦਾ ਕਿ ਆਪਣੇ ਵੋਟ ਬੈਂਕ ਨੂੰ ਸਟਰੋਂਗ ਕਰਨ ਵਾਸਤੇ ਕਿਸੇ ਮੁਖਾਲਿਫ ਪਾਰਟੀ ਤੇ ਹਮਲਾ ਹੀ ਕਰਨਾ ਜਿਹੜੇ ਤੁਹਾਡੇ ਹਮਾਇਤੀ ਨੂੰ ਖੁਸ਼ ਕਰਨਾ ਕਿ ਇਸੇ ਤਰ੍ਹਾਂ ਹੋ ਸਕਦਾ, ਲੇਕਿਨ ਇਸ ਤਰ੍ਹਾਂ ਹੋ ਨਹੀਂ ਸਕਦਾ। ਮੁਸਲਮਾਨਾਂ ਦੇ ਨਾਲ ਉਹਨਾਂ ਦਾ ਲਾਲਿਆਂ ਦਾ ਕੋਈ ਮੁਕਾਬਲਾ ਹੀ ਨਹੀਂ। ਜਿੱਥੇ ਦੇਖੇ ਨਾ ਸਾਡੇ ਬਚਪਨ ਦੀ ਮਿਸਾਲ ਹੈਗੀ ਹੈ ਕਿ 2 ਪੈਸੇ का तेल लेकर मुझे दाढ़ी मलते हैं, 2 पैसे का तेल लेके मुझे दाढ़ी मलते हैं। हिंदुस्तानी बड़े शैतानी अकड़ अकड़ चलते हैं, हिंदुस्तानी बड़े शैतानी अकड़ अकड़ के चलते हैं। अच्छा, ਉਹ ਇਹ ਉਹਨਾਂ ਦਾ ਹਾਲ ਹੈ। ਵਿੱਚੋਂ ਤੇ ਕੁਛ ਨਹੀਂ ਹੈਗੇ ਨਾ। ਤੇ ਦੇਖੋ ਥੋੜੇ ਜਿਹੇ ਮੁਗਲ ਆਏ ਥੇ, ਉਹਨਾਂ ਨੇ ਸਾਰੇ ਬਰੇ ਸਗੀਰ ਦੇ ਉੱਤੇ ਕਬਜ਼ਾ ਕਰ ਲਿੱਤਾ। ਹਿੰਦੂ ਕੁਛ ਨਹੀਂ ਕਰ ਸਕੇ, ਹਾਲਾਂਕਿ ਉਹਨਾਂ ਦੀ ਤਾਦਾਦ ਇੰਨੀ ਜ਼ਿਆਦਾ ਸੀ ਤੇ ਮੁਸਲਮਾਨਾਂ ਦੀ ਬਿਲਕੁਲ ਥੋੜੀ ਜਿਹੀ ਸੀ, ਲੇਕਿਨ ਮੁਸਲਮਾਨ ਉਹਨਾਂ ਦੇ ਉੱਤੇ ਹਾਵੀ ਹੋ ਗਏ। ਤੇ ਇਹ ਮੁਸਲਮਾਨਾਂ ਦਾ ਤਾਕਤ ਦਾ ਜ਼ੋਰ ਹੈ ਜਿਹਦੇ ਨਾਲ ਉਹ ਹੁੰਦੇ ਨੇ। ਹਿੰਦੂ ਨਹੀਂ ਮੁਕਾਬਲਾ ਕਰ ਸਕਦੇ ਸਾਡਾ, ਹਿੰਦੂ ਮੁਕਾਬਲਾ ਨਹੀਂ ਕਰ ਸਕਦੇ, ਨਹੀਂ ਬਿਲਕੁਲ ਨਹੀਂ। ਅੱਛਾ ਫਰਜ਼ਾਨਾ ਬਾਈ ਸਾਹਿਬਾ, ਇੱਕ ਕੁਐਸਚਨ ਮੈਂ ਹੋਰ ਤੁਹਾਡੇ ਕੋਲ ਪੁੱਛਣਾ ਚਾਹਾਂਗੀ ਕਿ ਮੈਂ ਕੋਟ ਇਹ ਕਰਨਾ ਚਾਹ ਰਹੀ ਸੀ ਕਿ ਅਗਰ ਜਿਹੜਾ ਕਿ ਨਰਿੰਦਰ ਨੇ ਭਾਰਤ ਤੇ ਔਰ ਪਾਕਿਸਤਾਨ ਦੇ ਦਰਮਿਆਨ ਜਿਹੜੇ ਨੇ ਉਹ ਮਾਮਲਾਤ ਅੱਛੇ ਹੁੰਦੇ ਹੈ ਔਰ ਤਜਾਰਤ ਨੂੰ ਰਾਹ ਮਿਲਦਾ ਹੈ ਔਰ ਆਪਾਂ ਇੱਕ ਦੂਜੇ ਪਾਸੇ ਅਮਨ ਦਾ ਪੈਗਾਮ ਦਿੰਦੇ ਆ ਤੇ ਫਾਈਨੈਂਸ਼ਲੀ ਤੌਰ ਤੇ ਮੁਆਸ਼ੀ ਤੌਰ ਤੇ ਦੇਖਿਆ ਜਾਵੇ ਤਾਂ ਦੋਨਾਂ ਮੁਲਕਾਂ ਨੂੰ ਕਿੰਨਾ ਫਾਇਦਾ ਹੋ ਸਕਦਾ ਹੈ?
ਦੇਖੋ ਬਹੁਤ ਜ਼ਿਆਦਾ ਮੈਂ ਤਾਂ ਸਮਝਦੀ ਹਾਂ ਕਿ ਦੋਨੋਂ ਮੁਲਕਾਂ ਦੇ ਅੰਦਰ ਬੇਸ਼ੱਕ ਇੰਡੀਆ ਨੇ ਬੜੀ ਤਰੱਕੀ ਕਰ ਲਈ ਲੇਕਿਨ ਗੁਰਬਤ ਤੇ ਉੱਥੇ ਵੀ ਬੇਤਹਾਸ਼ਾ ਹੈਗੀ ਹੈ, ਠੀਕ ਹੈ ਨਾ। ਤੇ ਉੱਥੇ ਵੀ ਮਤਲਬ ਜਿਹੜਾ ਔਰ ਪਾਕਿਸਤਾਨ ਦੇ ਅੰਦਰ ਵੀ ਗੁਰਬਤ ਜਿਹੜੀ ਹੈ, ਲੋਕ ਜਿਹੜੇ ਨੇ ਉਹ ਬਹੁਤ ਮਿਜ਼ਰੇਬਲ ਨੇ, ਫੰਡਾਮੈਂਟਲ ਜਿਹੜੇ ਉਹਨਾਂ ਦੇ ਰਾਈਟਸ ਤਾਲੀਮ ਦਾ ਹੱਕ ਹੈ, ਇਵਨ ਸਿਹਤ ਤੱਕ ਅਸੀਂ ਆਪਣੇ ਲੋਕਾਂ ਨੂੰ ਨਾ ਅਸੀਂ ਦੇ ਸਕੇ ਹਾਂ, ਨਾ ਇੰਡੀਆ ਪੂਰੀ ਤਰ੍ਹਾਂ ਦੇ ਸਕਿਆ। ਤੇ ਉਹ ਅਗਰ ਅਸੀਂ ਆਪਸ ਵਿੱਚ ਮਿਲ ਕੇ ਬੈਠੀਏ ਔਰ ਜਿਹੜੇ ਸਾਡੇ ਮਾਮਲਾਤ ਨੇ ਉਹਨਾਂ ਨੂੰ ਖਾਸ ਤੌਰ ਤੇ ਜਿਹੜਾ ਕਸ਼ਮੀਰ ਦਾ ਮਸਲਾ ਹੈ ਉਹ ਕਸ਼ਮੀਰੀਆਂ ਨੂੰ ਬਿਠਾਈਏ, ਉਹ ਸਟੇਕ ਹੋਲਡਰਸ ਨੇ ਦੋਨੋਂ ਸਾਈਡ ਦੇ ਕਸ਼ਮੀਰੀ ਬੈਠਣ ਔਰ ਕਸ਼ਮੀਰ ਦਾ ਫੈਸਲਾ ਹੋਵੇ। ਬਾਕੀ ਜਿਹੜਾ ਪਾਣੀ ਵਗੈਰਾ ਦੇ ਇਸ਼ੂ ਸਾਡੇ ਦਰਮਿਆਨ ਵਿੱਚ ਨੇ ਉਹ ਜਿਹੜੇ ਅਸੀਂ ਆਪਸ ਵਿੱਚ ਵਾਅਦੇ ਕਰ ਚੁੱਕੇ ਹਾਂ, ਉਹਨਾਂ ਦੇ ਦੋਨਾਂ ਦਾ ਫਰਜ਼ ਬਣਦਾ ਹੈ ਕਿਉਂਕਿ ਉਹ ਇੰਟਰਨੈਸ਼ਨਲ ਵਾਅਦੇ ਨੇ ਜਿਨ੍ਹਾਂ ਦੇ ਅੰਦਰ ਇੰਟਰਨੈਸ਼ਨਲ ਜਿਹੜੇ ਅਦਾਰੇ ਨੇ ਉਹ ਉਹਦੇ ਗਰੰਟਰਸ ਨੇ। ਤੇ ਉਹਨਾਂ ਮਾਮਲਾਤ ਨੂੰ ਖੋਲਣ ਦੇ ਬਜਾਏ ਸਾਨੂੰ ਚਾਹੀਦਾ ਹੈ ਕਿ ਇਸ ਵਕਤ ਜਿਹੜਾ ਇੰਡੀਆ ਪਾਕਿਸਤਾਨ ਦੇ ਵਿੱਚ ਕਸ਼ਮੀਰ ਦੇ ਹਵਾਲੇ ਨਾਲ ਜਿਹੜਾ ਮਸਲਾ ਹੈ ਉਹਦੇ 'ਚ ਅਸੀਂ ਕਸ਼ਮੀਰੀਆਂ ਨੂੰ ਬਿਠਾਈਏ, ਦੋਨੋਂ ਸਾਈਡ ਦੇ ਕਸ਼ਮੀਰੀ ਬੈਠਣ ਔਰ ਫਿਰ ਇੰਡੀਆ ਪਾਕਿਸਤਾਨ ਫੈਸਲਾ ਕਰੇ ਕਿ ਜੋ ਕਸ਼ਮੀਰੀ ਚਾਹੁੰਦੇ ਨੇ ਉਹਦੇ ਮੁਤਾਬਿਕ ਫੈਸਲਾ ਕੀਤਾ ਜਾਏ, ਇਹ ਮਸਲੇ ਨੂੰ ਹੱਲ ਕੀਤਾ ਜਾਏ। ਤੇ ਪਾਕਿਸਤਾਨ ਦੇ ਅੰਦਰ ਮਤਲਬ ਜਿਹੜਾ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਉਹ ਜਿਹੜੇ ਕੰਪੋਜ਼ਿਟ ਡਾਇਲੌਗ ਹੈ ਔਰ ਜਿਹੜੀ ਤਜਾਰਤ ਹੈ ਉਹ ਰਹਿਣੀ ਚਾਹੀਦੀ ਹੈ। ਪੀਪਲਸ ਟੂ ਪੀਪਲਸ ਲਿੰਕ ਜਿਹੜੇ ਨੇ ਕੰਟੈਕਟ ਜਿਹੜਾ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਜਦ ਤੱਕ ਪਾਕਿਸਤਾਨ ਦੇ ਆਵਾਮ ਇੰਡੀਆ ਦੇ ਲੋਕਾਂ ਨਾਲ ਨਫ਼ਰਤ ਕਰਦੇ ਨੇ ਤੇ ਨਾ ਇੰਡੀਆ ਦੇ ਆਵਾਮ ਪਾਕਿਸਤਾਨੀਆਂ ਨਾਲ ਨਫ਼ਰਤ ਕਰਦੇ ਨੇ। ਇਹ ਜਿਹੜਾ ਨੈਰੇਟਿਵ ਹੈਗਾ ਨਾ ਇਹ ਰਿਆਸਤਾਂ ਦਾ ਨੈਰੇਟਿਵ ਹੈਗਾ ਔਰ ਸਾਨੂੰ ਆਵਾਮ ਨੂੰ ਜਿਹੜੇ ਹਿਊਮਨ ਰਾਈਟਸ ਕਮਿਊਨਿਟੀ ਹੈ, ਪੀਸ ਲਵਰ ਕਮਿਊਨਿਟੀ ਹੈ, ਜਿਹੜੀ ਐਂਟੀ ਵਾਰ ਜਿਹੜੇ ਕਮਿਊਨਿਟੀ ਹੈ ਦੋਨੋਂ ਸਾਈਡ ਤੇ ਉਹਨਾਂ ਨੂੰ ਹੌਰੀਜ਼ੈਂਟਲੀ ਆਪਸ ਵਿੱਚ ਨੈਟਵਰਕਿੰਗ ਕਰਨੀ ਚਾਹੀਦੀ ਹੈ, ਪੀਪਲਸ ਟੂ ਪੀਪਲਸ ਕੰਟੈਕਟ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਤਾਂ ਕਿ ਸਾਡੀਆਂ ਹਕੂਮਤਾਂ ਨੂੰ ਅਸੀਂ ਉਹ ਜ਼ੋਰ ਦੇਈਏ ਕਿ ਇਹ ਜਿਹੜੇ ਮਾਮਲਾਤ ਨੇ ਇਹਨਾਂ ਨੂੰ ਡਿਪਲੋਮੈਟਿਕਲੀ ਮੇਜ਼ ਦੇ ਉੱਤੇ ਤੈਅ ਕੀਤਾ ਜਾਏ, ਨਾ ਕਿ ਦੋਨੋਂ ਇੱਕ ਮਤਲਬ ਨਿਊਕਲੀਅਰ ਪਾਵਰਸ ਨੇ ਅਸੀਂ ਅਫੋਰਡ ਹੀ ਨਹੀਂ ਕਰ ਸਕਦੇ ਔਰ ਨਾ ਹੀ ਅਸੀਂ ਕਨਵੈਨਸ਼ਨਲ ਵਾਰਫੇਅਰ ਅਫੋਰਡ ਕਰ ਸਕਦੇ ਹਾਂ ਕਿਉਂਕਿ ਦੇਖੋ ਨਾ ਇਹ ਰਫੇਲ ਜੈਸੇ ਜਹਾਜ਼ ਜਿਹੜੇ ਕਿ ਬਿਲੀਅਨਸ ਆਫ ਡਾਲਰਸ ਤੁਸੀਂ ਖਰੀਦ ਕੇ ਔਰ ਉਹ ਤੁਸੀਂ ਉਹ ਹੀ ਪੈਸਾ ਅਗਰ ਤੁਸੀਂ ਇੰਡੀਆ ਆਪਣੇ ਲੋਕਾਂ ਦੇ ਉੱਤੇ ਲਗਾਏ ਤੇ ਹਜ਼ਾਰੋਂ ਕਰੋੜੋਂ ਲੋਕਾਂ ਦੀਆਂ ਜ਼ਿੰਦਗੀਆਂ 'ਚ ਕਿੰਨੀ ਬਿਹਤਰੀ ਆ ਸਕਦੀ ਹੈ। ਤੇ ਅਸੀਂ ਵੀ ਆਪਣਾ ਡਿਫੈਂਸ ਬਜਟ ਘਟਾਈਏ, ਠੀਕ ਹੈ ਨਾ। ਅਗਰ ਇੰਡੀਆ ਦਾ ਥ੍ਰੈਟ ਨਾ ਹੁੰਦਾ ਸਾਡੇ ਉੱਤੇ ਤੇ ਫਿਰ ਸਾਡੀ ਵੀ ਤੇ ਉਹ ਬਣਦੀ ਹੈ ਨਾ ਜਸਟੀਫਿਕੇਸ਼ਨ ਕਿ ਜੀ ਅਸੀਂ ਆਪਣਾ ਡਿਫੈਂਸ ਬਜਟ ਘਟਾਈਏ ਔਰ ਉਹ ਪੈਸਾ ਜਿਹੜਾ ਹੈ ਕਿਸੇ ਆਵਾਮ ਦੀ ਫਲਾਹ ਬਹਿਬੂਦ ਤੇ ਖਰਚ ਕੀਤਾ ਜਾਏ। ਇਹ ਜਿਹੜਾ ਦੋਨੋਂ ਤਰਫ ਨੇਸ਼ਨ ਸਿਕਿਉਰਿਟੀ ਸਟੇਟ ਬੜੇ ਹੋਏ ਨਾ ਇੰਡੀਆ ਪਾਕਿਸਤਾਨ, ਇਹਨੇ ਬੜੀ ਇਹਦੀ ਵਜ੍ਹਾ ਨਾਲ ਪਾਕਿਸਤਾਨ ਔਰ ਇੰਡੀਆ ਦੇ ਜਿਹੜੇ ਆਵਾਮ ਨੇ ਨਾ ਉਹਨਾਂ ਨੇ ਬੜਾ ਸਫਰ ਕੀਤਾ, ਉਹਨਾਂ ਨੂੰ ਉਹਨਾਂ ਦੇ ਫੰਡਾਮੈਂਟਲ ਰਾਈਟਸ ਤੱਕ ਰਿਆਸਤ ਨਹੀਂ ਦੇ ਸਕੀ। ਜਿਹੜਾ ਕਿ ਸਾਡਾ ਐਜੂਕੇਸ਼ਨ ਦਾ ਤਾਲੀਮ ਦਾ ਹੱਕ ਹੈ, ਸਿਹਤ ਦਾ ਹੱਕ ਹੈ, ਨੌਕਰੀ ਦਾ ਹੱਕ ਹੈ, ਹਰ ਤਰ੍ਹਾਂ ਮਤਲਬ ਹੈ ਕਿ ਪੁਰਸਕੂਨ ਬਾਇਜ਼ਤ ਜ਼ਿੰਦਗੀ ਗੁਜ਼ਾਰਨ ਦਾ ਹੱਕ ਹੈ, ਉਹ ਤੇ ਪਾਕਿਸਤਾਨ ਔਰ ਇੰਡੀਆ ਦੇ ਮੈਜੋਰਿਟੀ ਲੋਕ ਜਿਹੜੇ ਨੇ ਉਹਦੇ ਤੋਂ ਵੀ ਮਹਿਰੂਮ ਨੇ। ਤੇ ਅਸੀਂ ਤੇ ਅਫੋਰਡ ਹੀ ਨਹੀਂ ਕਰ ਸਕਦੇ ਕਿ ਅਸੀਂ ਜੰਗਾਂ ਕਰੀਏ ਔਰ ਆਪਣੇ ਵਸਾਇਲ ਜਿਹੜੇ ਨੇ ਉਹਨਾਂ ਨੂੰ ਚੌਂਕ ਦਈਏ ਬੰਮਾਂ ਵਿੱਚ ਤੇ ਮਿਜ਼ਾਈਲ ਵਿੱਚ ਤੇ ਸਾਰਾ ਕੁਝ ਕਰੀਏ। ਤੇ ਮੈਂ ਸਮਝਦੀ ਹਾਂ ਕਿ ਦੋਨੋਂ ਤਰਫ ਅਕਲ ਦਾ ਤਕਾਜ਼ਾ ਇਹੀ ਹੈ। ਹੁਣ ਦੋਨੋਂ ਨਿਊਕਲੀਅਰ ਪਾਵਰਸ ਨੇ और देखो ये म्यूचुअल तबाही है। अगर इंडिया इस्तेमाल करेगा या पाकिस्तान न्यूक्लियर जड़ा है उसका इस्तेमाल करेगा अपने एसेट्स का, नुकसान नहीं होएगा, एक पास नहीं होएगा, ना सिर्फ इंडिया पाकिस्तान दोनों ਨੂੰ म्यूचुअल तबाही होएगी बल्कि दुनिया भी तबाह होएगी। ਉਹਦਾ ਫਿਰ এনवायरमेंट ਦੇ ਉੱਤੇ ਜੋ ਅਸਰਾਤ ਹੋਣਗੇ ਉਹ ਤੁਸੀਂ ਸੋਚ ਨਹੀਂ ਸਕਦੇ। ਐਗਰੀਕਲਚਰ ਤੁਹਾਡੀ ਤਬਾਹ ਹੋ ਜਾਏਗੀ, ਕਲਾਈਮੇਟ ਦਾ ਤੁਹਾਡਾ ਪਹਿਲੇ ਹੀ ਮਸਲਾ ਬਣਿਆ ਹੋਇਆ ਹੈ। ਤੇ ਅਸੀਂ ਕਿਧਰੇ ਵੀ ਔਰ ਖਾਸ ਤੌਰ ਤੇ ਸਾਊਥ ਸਬ ਕੰਟੀਨੈਂਟ ਇਸ ਰੀਜਨ ਵਿੱਚ ਅਫੋਰਡ ਹੀ ਨਹੀਂ ਕਰ ਸਕਦੇ ਕਿ ਅਸੀਂ ਆਪਣੇ ਕੌਨਫਲਿਕਟ ਨੂੰ ਨਹਿਜ ਤੇ ਪਹੁੰਚਾ ਦਈਏ ਜੋ ਕੁਝ ਅਸੀਂ ਕੀਤਾ ਹੈ ਇੰਡੀਆ ਦੇ ਨਾਲ ਔਰ ਫਿਰ ਪਾਕਿਸਤਾਨ ਨੇ ਉਹਨੂੰ ਰਿਸਪੌਂਡ ਕੀਤਾ ਕਿ ਇਹ ਚੀਜ਼ ਜਿਹੜੀ ਹੈ ਅੱਗੇ ਐਸਕੇਲੇਟ ਹੋ ਕੇ ਨਿਊਕਲੀਅਰ ਵਾਰਫੇਅਰ ਦੀ ਤਰਫ ਅਗਰ ਚਲੀ ਜਾਂਦੀ ਖੁਦਾ ਨਾ ਖਾਸਤਾ ਤੇ ਇਹ ਫਿਰ ਮਿਊਚੁਅਲ ਤਬਾਹੀ ਹੁੰਦੀ। ਇਹ ਨਹੀਂ ਸੀ ਸਿਰਫ ਇੰਡੀਆ ਨੇ ਤਬਾਹ ਹੋਣਾ ਸੀ ਜਾਂ ਪਾਕਿਸਤਾਨ ਨੇ, ਇਹ ਫਿਰ ਅਸੀਂ ਦੋਨੋਂ ਨੇ ਹੀ ਤਬਾਹ ਹੋਣਾ ਸੀ ਔਰ ਨਾਲ ਅਸੀਂ ਬਾਕੀ ਦੁਨੀਆ ਨੂੰ ਵੀ ਤਬਾਹ ਕਰਨਾ, ਬਾਕੀ ਦੁਨੀਆ ਨੂੰ ਵੀ ਜਿਹੜਾ ਤਬਾਹ ਕਰਨਾ ਸੀ। ਸੀਨੀਅਰ ਤਜਜ਼ੀਆਕਾਰ ਕਿਰਨ ਨਾਸ ਸਾਡੇ ਨਾਲ ਨੇ। ਕਿਰਨ ਮੇਰੀ ਆਵਾਜ਼ ਆ ਰਹੀ? जी बिल्कुल आपकी आवाज़। अस्सलाम वालेकुम। अच्छा किरण ਜਿਹੜੀ ਹਾਲੀਆ ਸਿਚੁਏਸ਼ਨ ਚੱਲ ਰਹੀ ਹੈ ਪਾਕਿਸਤਾਨ ਦੀ ਔਰ ਕੀ ਕਹਿੰਦੇ ਨੇ ਇੰਡੀਆ ਦੀ, ਤੁਸੀਂ ਕੀ ਸਮਝਦੇ ਹੋ ਕਿ ओवरऑल ਇੰਪੈਕਟ ਕੀ ਗਿਆ ਹੈ ਪਾਕਿस्तान ਦਾ पूरी दुनिया ਦੇ ਵਿੱਚ? मैं आपको ये कह रही थी कि जो आपने सवाल किया है कि पाकिस्तान का तशख़्ख़ुस क्या अब हो गया है और पाकिस्तान का पैगाम किस तरह का गया है,
तो अल्हम्दुलिल्लाह सुम्मा अल्हम्दुलिल्लाह बड़ी आजिज़ी के साथ अल्लाह रब्बुल जलाल ने ये हमें दिन दिखाया है कि आज ये तमाम इंटरनेशनल मीडिया आप उठा के देखिए, उस पर नजर आता है बाकायदा तौर पर, बड़ा वाज़ेह तौर पर कि पाकिस्तान ने अपना तशख्खुस बड़ा बेहतरीन किया है। पाकिस्तान ने जिस तरह से इस सारे मामले का इस एपिसोड का आगाज़ किया था और आगाज़ से लेकर आज दिन तक हम यहाँ पहुँचे हैं, कल हम अल्हम्दुलिल्लाह यौम तशक्कुर मना रहे हैं, तो पाकिस्तान ने जिस तरह से आगाज़ किया, एक बेहतरीन तुरुप का पत्ता खेला। पाकिस्तान ने सबसे पहले एक बेहतरीन जो डिप्लोमेटिक पॉलिसी होती है, डिप्लोमेसी होती है, उसका आगाज़ किया और उसी के आगाज़ को लेते हुए पाकिस्तान चला। न सिर्फ पाकिस्तान ने अपनी सफारती महाज पर कामयाबी हासिल की, बल्कि जब हम कन्वेंशनल वॉर की तरफ गए उस पे भी पाकिस्तान ने बताया कि हमारी जो सॉवरेनिटी है वो मजबूत है, हमारा दिफा मजबूत है, अगर हमारे साथ छेड़छाड़ की कोई कोशिश की जाएगी तो फिर क्या किया जाएगा, वो अल्हम्दुलिल्लाह सारी दुनिया ने देख लिया। अब हमें आगे क्या करने की ज़रूरत है, विच इज़ रियली इम्पोर्टेंट, कि अब हमें जो हमारा इंडस वाटर ट्रीटी है, जो कश्मीर का मामला है, इसे अब हमें सफारती सतह पर इतने बेहतरीन तरीके से उजागर करना है कि अल्हम्दुलिल्लाह पाकिस्तान ने जिस तरह के स्टेप्स लिए हैं अभी इन बिटवीन इस सारी सिनेरियो में, इस सारी सिचुएशन में, कश्मीर का वो मामला जो कि एक तरीके से दब गया था, 370 भी हो गया था, आर्टिकल 35 भी वहाँ से लिफ्ट हो गया था, लेकिन अब एक बार फिर कश्मीर का जो मामला है वो सरे फहरिस्त हो गया है। और ये भी बड़ी इंपॉर्टेंट बात है कि जो हमने सीज फायर किया है, पाकिस्तान ने सीज फायर पर जो रजामंदी जाहिर की है वो इसी एक शर्त पर और इसी बुनियाद पर रजामंदी जाहिर की है कि ठीक है हम सीज फायर करते हैं, हम ये जो जवाबी अटैक भारत के ऊपर कर रहे थे, क्योंकि हम खुद नहीं कर रहे थे, हमें भारत की तरफ से प्रमोट किया जा रहा था, हमें भारत की तरफ से हमारे ऊपर अटैक किया जा रहा था कि जिसके बाद भारत को जवाब दिया जाए। अब सिचुएशन जब यहाँ तक पहुंची है तो पाकिस्तान ने इस बात पर अग्री किया है कि ठीक है हम सीज फायर करते हैं, क्योंकि हम अल्हम्दुलिल्लाह एक अमन पसंद मुल्क है, हम नहीं चाहते कि हम किसी भी तरह की एस्केलेशन की तरफ जाएं, लेकिन अब हम जब रोक रहे हैं, हमने अपना जवाब दे दिया है, तो अब कश्मीर का मसला अगर हल होता है, कश्मीर के मसले पर अगर बात होती है तो फिर हम तैयार हैं जंगबंदी के लिए। और पाकिस्तान ने अपने कहे पर फिर अमल भी किया और 10 तारीख से लेकर आज का दिन हो गया है अल्हम्दुलिल्लाह। हमारी सरहदों पर आप चाहे भारत की तरफ से देखिए, वहाँ पर एक दो दफ़ा झूठा प्रोपेगेंडा किया गया, फिर वहाँ पर भी खुद उनको आकर कहना पड़ा कि जी पाकिस्तान की तरफ से इस तरह का कोई भी बिला इख्तियार वो वाक़यात जो इंडिया की तरफ से हमेशा होते हैं वो पाकिस्तान की तरफ से नहीं किए जा रहे हैं। तो पूरी कौम को बहुत बहुत मुबारकबाद, हर एक शख्स इस वक्त मुबारकबाद का मुस्तहक है कि जिस यूनिटी का मुजाहिरा हमारी तरफ से किया गया, पाकिस्तानी हुकूमत की तरफ से, पाकिस्तान के अवाम की तरफ से, जो सोशल मीडिया पर मौजूद थे वॉरियर्स, उनकी तरफ से जिस तरह का मुजाहिरा किया गया, एक मुकम्मल यूनिटी का मैसेज गया और इंडिया को हमने बड़ा वाज़ेह तौर पर बता दिया कि हम तादाद में भी कम हैं, हम वसाइल में भी कम हैं, हम रकबे के लिहाज से भी छोटे हैं, लेकिन हम ताकत में आपसे किसी भी सूरत छोटे नहीं हैं। और आपका जो एक ख्वाब था सरदार बनने का। किरण नाज साहबा बहुत शुक्रिया टाइम देने वास्ते। नाज़रीन प्रोग्राम जारी है लेकिन इतने टाइम होया एक ब्रेक दा। वेलकम बैक नाज़रीन। और सैनेटर कृष्णा कोहली रहनुमा पीपल्स पार्टी ਸਾਡੇ ਨਾਲ मौजूद ने और मैं बल्कि पूछना चाहांगी कृष्णा कोहली साहिबा ਕੋਲੋਂ, कृष्णा जी ਤੁਸੀਂ ਪਾਕਿਸਤਾਨ ਦੇ ਵਿੱਚੋਂ ਬੇਸਿਕਲੀ ਅਕਲੀਤਾਂ ਨੂੰ ਕੀ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ ਪਾਕਿस्तान ਦੇ ਵਿੱਚ? पहले तो आज हम पूरी सिंध में पाकिस्तान पीपल्स पार्टी की तरफ से जुम्मे तशक्कुर सेलिब्रेट कर रहे हैं, पाक फौज को सलाम पेश कर रहे हैं। इसलिए हमारे हर डिस्ट्रिक्ट पे हमारी रैलियां निकाली गई हैं और तकारीर की गई हैं और पाक फौज को सलाम पेश किया है और पूरे पाकिस्तान को मुबारकबाद दी है कि हमारी एक बहुत बड़ी जीत हमारी हुई है इंडिया की तरफ से और मोदी को बहुत सलूक सिखाया है हमारी पाक फौज ने, जो उसकी नस्लें भी याद रखेंगी। तो ये है। और तो अच्छा कृष्णा कोहली साहिबा ये बताइए कि की लगता है वैसे ਤੁਹਾਨੂੰ कि ਜਿਹੜਾ हिंदुस्तान है, ਜਿਹੜਾ भारत है, वैसे कि वो सेकुलर है बेसिकली या भारतीय राष्ट्र ही है बस? तो यही तो मैं आपको कहना चाह रही थी ना कि आज मैं अपने हमारे डिस्ट्रिक्ट थरपारकर में हमने सेलिब्रेट किया है, आज ही सेलिब्रेट किया हमने। और यहाँ थरपारकर में 80% हिंदू कम्युनिटी रहती है और आप आके देखेंगे ना आप तो आपको हैरान रह जाएंगे कि ये इतने सारे हिंदू यहाँ पाकिस्तान में रहते हैं और वो पाकिस्तान फौज के साथ शाना बिशाना खड़े हैं और सिर्फ बड़े नहीं बच्चे और औरतें भी पाक फौज की सपोर्ट में हैं और उनके साथ खड़े हैं। और आज जो हमारा इंडिया का जो बॉर्डर लगता है ना, तो हम
ये हमारे जो लोग थे वो बिल्कुल रेडी हुए थे कि अगर अल्लाह ना करे ऐसी कोई हालत हुई तो हम पाक फौज के सपोर्ट में और उनके साथ खड़े होंगे। तो ये तो बिल्कुल ऐसा हमने कभी जी जी ऐसा हमने कभी ना फील किया है, ना हमें महसूस हुआ है, क्योंकि हमें बहुत तमाम हकूक मिलते हैं जो एक आम पाकिस्तानी को ਆਮ ਪਾਕਿਸਤਾਨ मिलने ਦੇ ਅੱਛਾ चाहिए। ਭਾਰਤ ਦੇ ਵਿੱਚ ਮੁਸਲਮਾਨਾਂ ਨਾਲ ਜੋ ਸਲੂਕ ਕੀਤਾ ਜਾਂਦਾ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਹਿੰਦੂ ਕਮਿਊਨਿਟੀ ਹੈ ਉਹਨਾਂ ਨਾਲ ਸਲੂਕ ਦਾ ਕੀ ਫਰਕ ਹੈ ਵੈਸੇ ਦੋਨਾਂ ਕੰਟਰੀ ਚ ਅਗਰ ਦੇਖਿਆ ਜਾਏ ਤੇ? फर्क तो जो अभी इंडिया की जो ऑफिसर थी उनके साथ जो मुस्लिम थी हमारी बहन, उनके साथ जो उन्होंने अभी जो हाल ही में जो ये इनका वहाँ चल रहा है, इनके अगेंस्ट जितनी वो लोग इनके वो निकली है, और मोदी की स्पेशली जो पार्टी उनके अगेंस्ट जो निकली है वो साबित कर रहा है कि वो इंडिया कितना सेक्युलर है। और जो कश्मीर में कर रहा है, और जो बड़ी बात की जो वहाँ इंडिया में जो हमारी जो हिंदू कम्युनिटी रहती है, कोली, भील और मेघवाड़, उनको आपको मालूम है कि उनको हिंदू तक तस्लीम नहीं करते, उनको शेड्यूल कास्ट और दलित का नाम दे के उनको दूसरे नंबर शहरी का दर्जा दिया जाता है, और उनके साथ खाना पीना तो अलग की बात है, उनको अनटचेबल करके उनके साथ मतलब मंदिर में तक उनको जाने की इजाजत नहीं होती। तो ये भारत का जो असल चेहरा है वो है, और बातें बड़ी करते हैं कि हम सेक्युलर हैं और हम ਨਹੀਂ ਸੈਕੂਲਰ ਵੀ ਹੈ ਔਰ ਬਲਕਿ ਸਾਰਿਆਂ ਨੂੰ ਇਹ ਚੀਜ਼ ਨਜ਼ਰ ਵੀ ਆਉਂਦੀ ਹੈ। ਕ੍ਰਿਸ਼ਨਾ ਕੋਹਲੀ ਸਾਹਿਬਾ ਇਹ ਵੀ ਦੱਸੋ ਕਿ ਇੱਕ ਆਮ ਤਾਸੁਰ ਪਾਇਆ ਜਾਂਦਾ ਹੈ, ਠੀਕ ਹੈ, ਕਿ ਨਰਿੰਦਰ ਮੋਦੀ ਦੇ ਆਉਣ ਤੋਂ ਪਹਿਲੇ ਜਿਹੜਾ ਨਾ ਉਹ ਜਿਹੜਾ ਹਿੰਦੂ ਹੈ ਨਾ ਉਹ ਇੱਕ ਸੈਕੂਲਰ ਹਿੰਦੂ ਸੀ, ਉਹ ਇੱਕ ਲਿਬਰਲ ਹਿੰਦੂ ਸੀ ਵੈਸੇ, ਲੇਕਿਨ ਨਰਿੰਦਰ ਮੋਦੀ ਦੇ ਆਉਣ ਤੋਂ ਬਾਅਦ ਇਹ ਤਾਸੁਰ ਦਿੱਤਾ ਗਿਆ ਕਿ ਨਹੀਂ, ਅਗਰ ਹਿੰਦੁਸਤਾਨ ਦੇ ਵਿੱਚ ਕੋਈ ਹਿੰਦੂ ਕਾਮਯਾਬ ਹੈ ਤਾਂ ਉਹ ਸਿਰਫ ਔਰ ਸਿਰਫ ਹਿੰਦੂ ਕਾਮਯਾਬ ਹੈ, ਜਿਹੜਾ ਸੈਕੂਲਰ ਜਾਂ ਲਿਬਰਲ ਹਿੰਦੂ ਹੈ ਉਹ ਕਾਮਯਾਬ ਨਹੀਂ ਹੈ। ਇਹ ਸਾਰੀ ਚੀਜ਼ ਨਰਿੰਦਰ ਮੋਦੀ ਦੇ ਆਉਣ ਤੋਂ ਬਾਅਦ ਹੋਈ ਹੈ। ਕੀ ਤੁਸੀਂ ਮੇਰੀ ਇਸ ਗੱਲ ਤੋਂ ਐਗਰੀ ਕਰਦੇ ਹੋ? बिल्कुल बिल्कुल करते हैं। और जो हिंदुस्तान का और हिंदू कम्युनिटी का जो बेड़ा गर्क मोदी ने आके किया है ना, ये बिल्कुल वो हमारे चेयरमैन बिलाल भुट्टो जरदारी साहब कहते हैं कि गुजरात का जो कासाई है, बिल्कुल वो अपने वो नहीं थे जो बकरों को काटने वाला, क्या कहते हैं उसको, नहीं जो छुरी जो होती है वो लेके निकल पड़ा है। और वो इनको मुझे नहीं लगता कि ये मज़हब में फर्क भी करता होगा, ये पसंद निकल पड़ा है तो जो रास्ते में इसका आएगा वो उसको काटता जा रहा है और उसको खून बहाता जा रहा है। तो ये मेरे ख्याल में इसको हिंदू मजहब में लाना, इसको हिंदू कहलाना भी इसके काबिल नहीं है। ये तो हम हिंदू के लिए शर्म की बात है कि मोदी का ताल्लुक एक हिंदू कम्युनिटी से है। तो इस तरह हिंदू कम्युनिटी है बिल्कुल ऐसे कोई जैसे सारे मजहब एक जैसे है, हिंदू हो या मुस्लिम हो, उनके जो मजहब है वो बिल्कुल सारे हैं और वो सारे अमन चाहते हैं। और हम पाकिस्तान की तरफ से हमने बार बार इसको इनके कहते हैं हम जंग नहीं चाहते, हम अमन पसंद लोग हैं, पाकिस्तान अमन पसंद लोग, पाकिस्तान अमन चाहता है। लेकिन हमारी फौज हमारी वो बार बार कहती रही कि हम जंग नहीं चाहते, लेकिन 2 दिन पूरे ये मोदी ने अपना बॉर्डर पे हमले वगैरह वो करते रहे और पाकिस्तान को टारगेट करते रहे। लेकिन जब हमारी बर्दाश्त से बाहर हो गया तो फिर जाहिर हमने भी जवाबी कार्रवाई की, और जवाबी कार्रवाई में मोदी को वो सबक मिला है कि वो अभी अगर इनको थोड़ी है शर्म होगी ना तो दोबारा ये इस तरह का सोचेगा भी नहीं कि पाकिस्तान से कोई अटैक भी करे। बिल्कुल ਜਿਹੜਾ ਨਾ ਇਹਨੂੰ ਸ਼ਰਮ ਹੋਏਗੀ ਤੇ ਦੁਬਾਰਾ ਇਸ ਤਰ੍ਹਾਂ ਨਹੀਂ ਕਰੇਗਾ। ਬਿਲਕੁਲ ਜੀ। ਕ੍ਰਿਸ਼ਨਾ ਕੋਹਲੀ ਸਾਹਿਬਾ ਬਹੁਤ ਸ਼ੁਕਰੀਆ, ਫਰਜ਼ਾਨਾ ਬਾਰੀ ਸਾਹਿਬਾ ਬਹੁਤ ਸ਼ੁਕਰੀਆ, ਔਰ ਨਾਸਾ ਜਾਵੇਦ ਇਕਬਾਲ ਸਾਹਿਬਾ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਦੇ ਨਾਲ ਪ੍ਰੋਗਰਾਮ ਦਾ ਵਕਤ ਜਿਹੜਾ ਨਾ ਖਤਮ ਹੋ ਗਿਆ, ਔਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਅਗਲੇ ਪ੍ਰੋਗਰਾਮ ਵਿੱਚ, ਉਦੋਂ ਲਈ ਅੱਲਾ ਨਿਗਹਿਬਾਨ।